ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਜਮਾਨ ਹਨ। ਸਤਿਗੁਰੂ ਜੀ ਦੇ ਹਜ਼ੂਰ ਜਿੱਥੇ ਦੇਸ਼ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ, ਦਰਸ਼ਨ ਕਰਕੇ ਨਿਹਾਲ ਹੁੰਦੀਆਂ, ਤਰ੍ਹਾਂ ਤਰ੍ਹਾਂ ਦੀਆਂ ਵਧੀਆ ਤੋਂ ਵਧੀਆ ਭੇਟਾਵਾਂ ਅਰਪਣ ਹੁੰਦੀਆਂ, ਅਰਦਾਸੀਆ ਖਲੋ ਕੇ ਸਤਿਗੁਰੂ ਜੀ ਦੇ ਸਨਮੁਖ ਉਹਨਾਂ ਦੀਆਂ ਅਰਦਾਸਾਂ ਕਰਦਾ। ਸਤਿਗੁਰੂ ਜੀ ਉਹਨਾਂ ਦੀਆਂ ਭਾਵਨਾ ਕਾਮਨਾ ਪੂਰੀਆਂ ਕਰਦੇ। ਇਸੇ ਤਰ੍ਹਾਂ ਉੱਚ ਕੋਟੀ ਦੇ ਉਸ ਸਮੇਂ ਦੇ ਮੰਨੇ ਹੋਏ ਵਿਦਵਾਨ 52 ਕਵੀ, ਉਹ ਵੀ ਬਹੁਤ ਉੱਚ ਕੋਟੀ ਦੇ ਵਿਦਵਾਨ ਸਨ। ਅੱਜ ਕੱਲ੍ਹ ਵਰਗੇ ਕਵੀ ਨਹੀਂ, ਵੀ 2-4 ਅੱਖਰ ਜੋੜਨੇ ਆ ਗਏ ਤੇ ਕਵੀ ਬਣ ਗਏ। ਉਹਨਾਂ ਨੂੰ ਬਹੁਤ ਡੂੰਘਾ ਅਧਿਐਨ ਹੁੰਦਾ ਸੀ ਸਾਰੇ ਗ੍ਰੰਥਾਂ ਦਾ। ਉੱਚ ਕੋਟੀ ਦੇ ਵਿਦਵਾਨ, ਤਾਂ ਹੀ ਤਾਂ ਹੰਸਰਾਜ ਕਵੀ ਤੋਂ ਸਤਿਗੁਰੂ ਜੀ ਨੇ ਮਹਾਭਾਰਤ ਦੇ ਕੁਝ ਹਿੱਸੇ ਦਾ ਉਲੱਥਾ ਕਰਵਾਇਆ, ਕਿਸੇ ਤੋਂ ਕੁਝ। ਸੋ ਉਹ ਬੜੇ ਵਿਦਵਾਨ ਸਨ। ਸੰਸਕ੍ਰਿਤ ਦੇ ਵੀ ਵਿਦਵਾਨ ਸਨ ਤੇ ਹਿੰਦੀ ਦੇ ਵੀ ਵਿਦਵਾਨ ਸਨ ਤੇ ਵਿਦਾਂਤੀ ਵੀ ਬੜੇ ਤਗੜੇ ਤਗੜੇ। ਉਹਨਾਂ ਸਾਰਿਆਂ ਨੇ ਇੱਕ ਵਾਰ ਪ੍ਰਸ਼ਨ ਕੀਤਾ, ਮਹਾਰਾਜ ਕਰਮਾਂ ਦੇ ਬਾਰੇ ਦੱਸੋ, ਵੀ ਸਾਰਾ ਇਹ ਢਾਂਚਾ ਹੀ ਕਰਮਾਂ ਦਾ ਹੈ। ਤੇ ਕਹਿੰਦੇ ਕਰਮਾਂ ਕਰਕੇ ਹੀ ਬੰਦੇ ਨੂੰ ਸੁੱਖ ਤੇ ਦੁੱਖ ਮਿਲਦਾ ਹੈ। ਗੁਰਬਾਣੀ ਵੀ ਇਹ ਗੱਲ ਦੀ ਉਗਾਹੀ ਦਿੰਦੀ ਹੈ। ਇਹ ਵਿਚਾਰ ਸਾਨੂੰ ਸਮਝਾਓ। ਸਤਿਗੁਰੂ ਜੀ ਨੇ ਕਿਹਾ, ਭਾਈ ਦਇਆ ਸਿੰਘ ਉਹ ਸਾਡਾ ਖਾਸ ਰੂਪ ਹਨ। ਇਹਨਾਂ ਵਿੱਚ ਤੇ ਸਾਡੇ ਵਿੱਚ ਭੇਦ ਨਹੀਂ। ਜੋ ਵੀ ਤੁਸੀਂ ਪ੍ਰਸ਼ਨ ਕਰੋਗੇ, ਜਿੰਨਾ ਮਰਜ਼ੀ ਡੂੰਘੇ ਤੋਂ ਡੂੰਘਾ ਪ੍ਰਸ਼ਨ ਕਰੋ, ਔਖੇ ਤੋਂ ਔਖਾ ਪ੍ਰਸ਼ਨ ਕਰੋ, ਉਹ ਐਨ ਸੁਖੈਨ ਢੰਗ ਦੇ ਨਾਲ ਤੁਹਾਨੂੰ ਸਮਝਾ ਦੇਣਗੇ। ਇਉਂ ਕਹਿ ਕੇ ਸਤਿਗੁਰੂ ਮਹਾਰਾਜ ਮਹਿਲਾਂ ਵਿੱਚ ਚਲੇ ਗਏ। ਭਾਈ ਦਇਆ ਸਿੰਘ ਜੀ ਨੂੰ ਫਿਰ ਜੋ ਵਿਦਵਾਨ ਸਨ ਗੁਰਸਿੱਖ, ਉਹ ਬੇਨਤੀ ਕਰਦੇ ਹੋਏ ਕਰਮਾਂ ਦੇ ਬਾਰੇ ਭਾਈ ਦਇਆ ਸਿੰਘ ਜੀ ਫਿਰ ਦੱਸਣ ਲੱਗੇ। ਇਹ ਪ੍ਰਕਰਨ ਭਾਵੇਂ ਅੱਜ 3 ਦਿਨ ਹੋ ਗਏ ਸ਼ੁਰੂ ਹੋਇਆਂ ਨੂੰ, ਅੱਜ ਚੌਥਾ ਦਿਨ ਹੈ। ਤਕਰੀਬਨ 10 ਪੌੜੀਆਂ ਹੀ ਆਪਾਂ ਵਿਚਾਰ ਸਕੇ ਹਾਂ, ਕਿਉਂਕਿ ਇਹ ਜੋ ਪ੍ਰਸੰਗ ਹੈ ਅੱਗੇ ਇਸ ਤੋਂ ਵੀ ਹੋਰ ਔਖਾ ਆਉਣ ਵਾਲਾ ਹੈ। ਪਹਿਲੇ ਉਹ ਸਮਝ ਵਿੱਚ ਆਵੇ ਤੇ ਫਿਰ ਉਹਨੂੰ ਸਮਝਾਇਆ ਜਾਵੇ, ਤੇ ਇੰਨਾ ਸੌਖਾ ਜਿੰਨਾ ਸੌਖਾ ਹੋ ਸਕਦਾ ਹੈ ਵੀ ਆਮ ਸਮਝ ਵਿੱਚ ਆ ਜਾਵੇ। ਦੁਨਿਆਵੀ ਗੱਲਾਂ ਤਾਂ ਸਾਡੀ ਸਮਝ ਵਿੱਚ ਆ ਜਾਂਦੀਆਂ ਹਨ, ਪਰ ਜਿਹੜੀ ਆਤਮ ਵਿਚਾਰ ਹੈ ਇਹ ਸਮਝਣੀ ਬੜੀ ਔਖੀ ਹੈ। ਦਸ਼ਮੇਸ਼ ਪਿਤਾ ਦੀ ਅਪਾਰ ਕਿਰਪਾ ਦਾ ਸਦਕਾ 1982-83 ਦੇ ਵਿੱਚ ਦਾਸ ਦੀ ਸੇਵਾ ਸੀ ਮੁੱਖ ਰੂਪ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ। ਤੇ ਉੱਥੇ ਸ਼ਾਮ ਦੇ ਵਕਤ ਬੜੇ ਬੜੇ ਵਿਦਵਾਨ ਲੋਕ ਕਥਾ ਸੁਣਨ ਆਉਂਦੇ, ਤੇ ਜਿੰਨਾ ਸ਼ਾਮ ਦੀ ਕਥਾ ਦਾ ਉੱਥੇ ਇਕੱਠ ਹੁੰਦਾ ਹੈ ਪਟਿਆਲੇ, ਸ਼ਾਇਦ ਹੀ ਕਿਤੇ ਇੰਨਾ ਇਕੱਠ ਰੋਜ਼ ਹੁੰਦਾ ਹੋਵੇ। ਤੇ ਉੱਥੇ ਯੂਨੀਵਰਸਿਟੀ ਵੀ ਹੈ, ਹੋਰ ਵੀ ਬੜੇ ਬੜੇ ਜੱਜ ਤੇ ਵਕੀਲ ਤੇ ਪ੍ਰੋਫੈਸਰ, ਵਾਈਸ ਚਾਂਸਲਰ, ਇਹੋ ਜਿਹੇ ਬਹੁਤ ਉੱਚ ਕੋਟੀ ਦੇ ਡਾਕਟਰ ਵਗੈਰਾ, ਉਹ ਸਾਰੇ ਸ਼ਾਮ ਨੂੰ ਜ਼ਰੂਰ ਆਉਂਦੇ ਕਥਾ ਸੁਣਨ। ਉਹ ਰੋਜ਼ ਦਾ ਨਿਯਮ ਸੀ। ਤੇ ਰੋਜ਼ ਜਿਹੜੀ ਹੁਣ ਗੱਲ ਆਪਾਂ ਕੱਲ੍ਹ ਸੁਣੀ ਹੈ, ਅੱਜ ਵੀ
ਉਹ ਸੁਣਨ ਦੇ ਨਾਲ ਹੋਰ ਸਮਝ ਵੱਧ ਜਾਂਦੀ ਹੈ। ਇਸ ਤਰ੍ਹਾਂ ਫਿਰ ਉੱਥੇ ਪ੍ਰਕਰਨ ਦਾਸ ਦੀ ਉੱਥੇ ਸੇਵਾ ਸੀ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਉਦੋਂ ਇਹ 10 ਧਿਆ ਹਨ ਮੁੱਖ ਰੂਪ ਦੇ ਵਿੱਚ, 41 ਤੋਂ ਲੈ ਕੇ 50 ਤੱਕ, ਜ਼ਿਆਦਾ ਜੋ ਕਠਨ ਹਨ। ਤੇ 10 ਧਿਆਵਾਂ ਤੇ ਤਕਰੀਬਨ ਅੰਦਾਜ਼ਾ ਹੈ ਵੀ 3 ਮਹੀਨੇ ਦਾ ਸਮਾਂ ਲੱਗ ਗਿਆ ਸੀ ਵਿਆਖਿਆ ਕਰਦਿਆਂ। 82 ਦੀ ਗੱਲ ਹੈ। ਸਤਿਗੁਰੂ ਦੀ ਬਖਸ਼ਿਸ਼ ਸੀ। ਉਦੋਂ ਯਾਦ ਸ਼ਕਤੀ ਵੀ, ਕਿਉਂਕਿ ਉਮਰ ਦੇ ਨਾਲ ਥੋੜ੍ਹਾ ਫਰਕ ਪੈ ਜਾਂਦਾ ਹੈ, ਪਰ ਫਿਰ ਵੀ ਸਤਿਗੁਰੂ ਦੀ ਬਹੁਤ ਰਹਿਮਤ ਹੈ। ਪਰ ਉਸ ਸਮੇਂ ਐਸੀ ਸਤਿਗੁਰੂ ਜੀ ਦੀ ਰਹਿਮਤ ਸੀ ਵੀ ਬਹੁਤ ਵਿਆਖਿਆ ਬੜੀ ਸਰਲ, ਔਖੀ ਗੱਲ ਨੂੰ ਸੌਖੀ ਕਰਕੇ ਦੱਸਣਾ। ਜਿਹੜੇ ਦਾਸ ਦੇ ਨਾਲ ਪੋਥੀ ਪੜ੍ਹਦੇ ਸਨ ਉਦੋਂ ਅਜੇ ਵੀ ਉਹ ਹਨ ਸਰਦਾਰ ਸੁਰਿੰਦਰ ਸਿੰਘ ਪਟਿਆਲਾ, ਹੁਣ ਉਹ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਦੇ ਮੈਂਬਰ ਵੀ ਹਨ। ਰੋਹ ਵਿਚਾਰ ਇੱਥੇ ਵੀ ਆ ਕੇ ਗਏ। ਸੋ ਪਰ ਕੋਸ਼ਿਸ਼ ਹੁਣ ਇਹੀ ਹੈ, ਕਿਉਂਕਿ ਇੱਥੇ ਹੁਣ ਰੋਜ਼ ਨਵੀਂ ਸੰਗਤ ਹੈ, ਇਸ ਲਈ ਜੇ ਆਪਾਂ ਹੁਣ ਉਹੀ ਗੱਲ ਨੂੰ ਕਹੀ ਜਾਈਏ ਫਿਰ ਤਾਂ ਇੱਕ ਥਾਂ 'ਤੇ ਬੈਠੇ ਰਹਾਂਗੇ, ਅੱਗੇ ਤੁਰਿਆ ਨਹੀਂ ਜਾਣਾ। ਇਸ ਵਾਸਤੇ ਜਿੰਨੀ ਕੁ ਸੋਝੀ ਆ ਜਾਵੇ, ਸੁਣਨ ਦਾ ਹੀ ਬੜਾ ਲਾਭ ਹੈ। ਜੋ ਬ੍ਰਹਮ ਵਿਚਾਰ ਹੈ ਇਹ ਸੁਣਨ ਦਾ ਬਹੁਤ ਲਾਭ ਹੈ। ਤੇ ਸੁਣਨ ਦੇ ਨਾਲ, ਸੰਗਤ ਵਿੱਚ ਆਉਣ ਦੇ ਨਾਲ ਵੀ ਜਿਹੜੇ ਕਰਮ ਹਨ ਉਹ ਮਿਟ ਜਾਂਦੇ ਹਨ। ਸੰਗਤ ਕਾ ਗੁਣ ਬਹੁ ਅਧਿਕਾਈ, ਬੜਾ ਭਾਰੀ ਗੁਣ ਲਾਭ ਹੈ। ਹੁਣ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਮੇਂ ਸਾਖੀ ਆਉਂਦੀ ਹੈ ਵੀ ਦੋ ਬੰਦੇ ਸਨ, ਉਹਨਾਂ ਦੀ ਆਪਸ ਵਿੱਚ ਮਿੱਤਰਤਾ ਸੀ, ਪਰ ਸੁਭਾਅ ਦੋਹਾਂ ਦਾ ਵੱਖਰਾ ਸੀ। ਤੇ ਦੋਹੇ ਘਰੋਂ ਇਕੱਠੇ ਚੱਲਦੇ। ਇਹ ਸਾਖੀ ਆਪਾਂ ਨੇ ਬਹੁਤ ਵਾਰ ਸੁਣੀ ਹੋਏਗੀ। ਇੱਕ ਗਲਤ ਪਾਸੇ ਚਲਾ ਜਾਂਦਾ ਤੇ ਇੱਕ ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਜਾਂਦਾ। ਤੇ ਹੋਇਆ ਕਿ ਇੱਕ ਦਿਨ ਦੀ ਘਟਨਾ ਐਸੀ ਹੋਈ, ਜਿਹੜਾ ਸਤਿਗੁਰੂ ਦੇ ਦਰਬਾਰ ਵਿੱਚੋਂ ਵਾਪਸ ਆ ਰਿਹਾ ਸੀ, ਉਹਨੂੰ ਕੰਡਾ ਚੁੱਭ ਗਿਆ। ਕੰਡਾ ਤਾਂ ਉਹਨੇ ਕੱਢ ਦਿੱਤਾ, ਪਰ ਲੰਘ ਮਾਰਦਾ ਵਿਚਾਰਾ ਮੁਸ਼ਕਲ ਨਾਲ ਤੁਰਦਾ ਆ ਰਿਹਾ ਹੈ। ਉਧਰੋਂ ਜਿਹੜਾ ਗਲਤ ਪਾਸੇ ਜਾਂਦਾ ਸੀ ਉਹ ਬੜਾ ਖੁਸ਼ ਹੋਇਆ ਬੈਠਾ, ਕਹਿੰਦਾ ਵੀ ਵੇਖ ਤੂੰ ਤਾਂ ਲੰਘ ਜਿਹਾ ਮਾਰਦਾ ਆਉਂਦਾ ਹੈ, ਆ ਮੈਨੂੰ ਤਾਂ ਸੋਨੇ ਦੀ ਮੋਹਰ ਮਿਲ ਗਈ। ਅੱਜ ਮੈਂ ਤੈਨੂੰ ਉਡੀਕਦਾ ਸੀ, ਇੱਥੇ ਬੈਠਾ ਸੀ, ਇੱਧਰ ਉੱਧਰ ਆ ਮਿੱਟੀ ਜਿਹੀ ਫੋਲਣ ਲੱਗ ਗਿਆ, ਇੱਕ ਘੜਾ ਜਿਹਾ ਨਿਕਲ ਆਇਆ, ਇਹਦੇ ਵਿੱਚ ਕੋਲੇ ਸਨ। ਮੈਂ ਜਦੋਂ ਉਲਟਾਇਆ ਇਹਨੂੰ, ਇੱਕ ਮੋਹਰ ਥੱਲੋਂ ਇਹਦੇ ਨਿਕਲ ਆਈ। ਤੈਨੂੰ ਕੀ ਮਿਲਿਆ ਸੰਗਤ ਵਿੱਚ ਜਾਣ ਦੇ ਨਾਲ? ਸਿੱਖ ਕਹਿਣ ਲੱਗਿਆ ਵੀ ਐਸਾ ਨਹੀਂ, ਕੋਈ ਇਹਦੇ ਵਿੱਚ ਭੇਦ ਜ਼ਰੂਰ ਹੋਏਗਾ, ਚਲੋ ਕੱਲ੍ਹ ਹੁਣ ਤੂੰ ਵੀ ਚੱਲੀ ਮੇਰੇ ਨਾਲ, ਸਤਿਗੁਰੂ ਜੀ ਨੂੰ ਪੁੱਛਾਂਗੀ। ਸਤਿਗੁਰੂ ਜੀ ਦੇ ਹਜ਼ੂਰ ਆਏ। ਸਤਿਗੁਰੂ ਜੀ ਨੇ ਕਿਹਾ ਵੀ ਜਿਹੜਾ ਤੂੰ ਮਾੜੇ ਪਾਸੇ ਜਾਂਦਾ ਸੀ, ਪਿਛਲੇ ਜਨਮ ਵਿੱਚ ਇੱਕ ਮੋਹਰ ਦਾਨ ਕੀਤੀ ਸੀ ਸੋਨੇ ਦੀ, ਤੇ ਇਸ ਜਨਮ ਵਿੱਚ ਤੈਨੂੰ ਉਹਦਾ ਇੱਕ ਪੂਰਾ ਘੜਾ ਮਿਲਣਾ ਸੀ ਮੋਹਰਾਂ ਦਾ, ਜਿਹਦੇ ਨਾਲ ਸਾਰੀ ਜ਼ਿੰਦਗੀ ਤੇਰੀ ਸੁਖੀ ਧਨ ਕਰਕੇ ਸੁਖੀ ਰਹਿਣਾ ਸੀ ਤੂੰ ਸਾਰੀ ਉਮਰ। ਪਰ ਤੂੰ ਰੋਜ਼ ਮਾੜੇ ਪਾਸੇ ਜਾਂਦਾ ਰਿਹਾ, ਰੋਜ਼ ਇੱਕ ਮੋਹਰ ਸੜ ਜਾਂਦੀ, ਕੋਲਾ ਬਣ ਜਾਂਦੀ ਸੀ। ਜਿਹੜੀ ਤੂੰ ਦਾਨ ਕੀਤੀ ਸੀ ਅੱਜ ਉਹ ਬਚ ਗਈ, ਉਹ ਤੈਨੂੰ ਮਿਲ ਗਈ। ਇਹ ਜਿਹੜਾ ਹੁਣ ਸਿੱਖ ਸੰਗਤ ਵਿੱਚ ਰੋਜ਼ ਆਉਂਦਾ ਸੀ, ਇਹਦੇ ਪ੍ਰਾਰਬਧ ਜਿਹੜੇ ਕਰਮ ਸਨ, ਚੱਲੇ ਹੋਏ ਤੀਰ ਵਾਂਗ, ਜਿਹਦੇ ਨਾਲ ਇਹ ਸਰੀਰ ਬਣਿਆ ਹੈ। ਇਹਦੇ ਲਿਖਿਆ ਸੀ ਵੀ ਇਹਨੇ ਸੂਲੀ ਤੇ ਚੜ੍ਹਨਾ ਹੈ, ਇਹਨੇ ਸੂਲੀ ਤੇ ਚੜ੍ਹਨਾ ਸੀ। ਇਹਦੀ ਉਮਰ ਵੀ ਪੂਰੀ ਹੋ ਗਈ ਸੀ, ਪਰ ਰੋਜ਼ ਸੰਗਤ ਵਿੱਚ ਆਉਣ ਕਰਕੇ, ਕਥਾ ਕੀਰਤਨ ਸੁਣਨ ਕਰਕੇ, ਗੁਰੂ ਦੇ ਦਰਸ਼ਨ ਕਰਨ ਕਰਕੇ ਇੱਕ ਤਾਂ ਇਹਦੀ ਉਮਰ ਵੀ ਵੱਧ ਗਈ, ਦੂਜਾ
ਸੂਲੀ ਤੋਂ ਸੂਲ ਬਣ ਗਿਆ। ਉਹ ਜਿਹੜਾ ਪ੍ਰਾਰਬਧ ਕਰਮ ਇੰਨਾ ਤਕੜਾ ਸੀ ਵੀ ਇਹਨੂੰ ਸੂਲੀ ਤੇ ਉਹਨੇ ਚੜਾ ਦੇਣਾ ਸੀ। ਉਹ ਰੋਜ਼ ਸੰਗਤ ਵਿੱਚ ਆਉਣ ਕਰਕੇ ਉਹ ਕਰਮ ਹੌਲੀ ਹੌਲੀ ਉਹ ਬਿਲਕੁਲ ਇੰਨਾ ਕਮਜ਼ੋਰ ਪੈ ਗਿਆ ਵੀ ਉਹ ਫਲ ਦੇਣ ਜੋਗਾ ਹੀ ਨਹੀਂ ਰਿਹਾ। ਤੇ ਮਾੜਾ ਜਿਹਾ ਕੰਡਾ ਚੁਭਿਆ ਤੇ ਕੰਡਾ ਕੱਢ ਕੇ ਬਾਹਰ ਛੱਡ ਦਿੱਤਾ ਤੇ ਹੁਣ ਉਹ ਛੇਤੀ ਠੀਕ ਹੋ ਜਾਏਗਾ। ਸੋ ਸੰਗਤ ਵਿੱਚ ਬੈਠਣ ਦਾ, ਸੰਗਤ ਵਿੱਚ ਆਉਣ ਦਾ, ਗੁਰੂ ਦੇ ਦਰ ਆਉਣ ਦਾ, ਦਰਸ਼ਨ ਕਰਨ ਦਾ ਬਹੁਤ ਵੱਡਾ ਮਹੱਤਵ ਹੈ। ਫਿਰ ਇਹਦੇ 'ਚ ਹੋਰ ਵਿਸ਼ੇਸ਼ਤਾ ਇਹ ਹੋ ਜਾਂਦੀ ਹੈ ਵੀ ਅਸੀਂ ਬਹੁਤ ਦੂਰੋਂ ਚੱਲ ਕੇ ਆਉਂਦੇ ਹਾਂ ਦਸ਼ਮੇਸ਼ ਪਿਤਾ ਦੇ ਦਰਬਾਰ ਦੇ ਦਰਸ਼ਨ ਕਰਨ ਵਾਸਤੇ। ਸਾਰੇ ਕੰਮਕਾਰ ਛੱਡ ਕੇ, ਵਿਸ਼ੇਸ਼ ਕਰਕੇ ਅਸੀਂ ਇਸੇ ਕਰਕੇ ਹੀ ਇੱਥੇ ਆਉਂਦੇ ਹਾਂ ਵੀ ਗੁਰੂ ਦੇ ਦਰਸ਼ਨ ਕਰੀਏ, ਹਾਜ਼ਰੀਆਂ ਭਰੀਏ, ਸੇਵਾ ਕਰੀਏ, ਸਿਮਰਨ ਕਰੀਏ। ਇਹਦਾ ਹੋਰ ਵੀ ਜ਼ਿਆਦਾ ਫਲ ਹੈ। ਤੇ ਜਿਸ ਤਰ੍ਹਾਂ ਗੁਰੂ ਕੇ ਅਸਥਾਨ ਹਨ, ਤਖਤ ਹਨ, ਜਿਵੇਂ ਇਸ ਸਥਾਨ 'ਤੇ ਦਸ਼ਮੇਸ਼ ਪਿਤਾ ਜੀ ਨੇ ਪਹਿਲਾਂ ਦੁਸ਼ਟਦਮਨ ਭਗਵਾਨ ਦੇ ਰੂਪ ਵਿੱਚ 3 ਯੁੱਗ ਤਪੱਸਿਆ ਕਰਕੇ ਇੱਥੇ ਆਪਣਾ ਆਪ ਪ੍ਰਗਟ ਕੀਤਾ। ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਹੁਣ ਇਹ ਧਰਤੀ ਕਿੰਨੀ ਕੁ ਤਾਕਤ ਵਾਲੀ ਹੋਏਗੀ। ਧਰਤੀ ਦਾ ਵੀ ਬੜਾ ਫਲ ਹੁੰਦਾ ਹੈ। ਕਥਾ ਆਈ ਸੀ ਜਿੱਥੇ ਬਠਿੰਡੇ ਦਾ ਕਿਲ੍ਹਾ ਬਣਿਆ ਹੈ, ਉੱਥੇ ਕੋਈ ਰਾਜਾ ਸੀ, ਉਹ ਲੰਘ ਰਿਹਾ ਸੀ ਉੱਥੋਂ। ਉਹ ਵੇਖਦਾ ਹੈ ਵੀ ਇੱਕ ਬੱਕਰੀ ਆਪਦੇ ਸਿੰਘਾਂ ਦੇ ਨਾਲ ਸ਼ੇਰ ਨੂੰ ਭਜਾਈ ਫਿਰਦੀ ਹੈ ਆਪਦੇ ਲੇਲਿਆਂ ਦੀ ਰਾਖੀ ਵਾਸਤੇ। ਕਿਹਾ ਵੀ ਇਹ ਧਰਤੀ 'ਚ ਬੜੀ ਤਾਕਤ ਹੈ। ਤਾਂ ਬੱਕਰੀ ਦੀ ਕੀ ਹਿੰਮਤ ਹੈ ਸ਼ੇਰ ਦੇ ਨਾਲ ਮੁਕਾਬਲਾ ਕਰੇ। ਇਸ ਕਰਕੇ ਉਹਨੇ ਉੱਥੇ ਕਿਲ੍ਹਾ ਬਣਾਇਆ ਵੀ ਧਰਤੀ ਵਿੱਚ ਤਾਕਤ ਹੈ ਇੱਥੇ ਬੜੀ, ਇਸ ਕਰਕੇ ਕਿਲ੍ਹੇ ਨੂੰ ਕੋਈ ਜਿੱਤ ਨਹੀਂ ਸਕੇਗਾ। ਸੋ ਧਰਤੀ ਦਾ ਬੜਾ ਫਰਕ ਹੁੰਦਾ ਹੈ। ਪਤਾ ਨਹੀਂ ਇਹ ਧਰਤੀ ਹੁਣ ਕਿੰਨੀ ਕੁ ਭਾਗਾਂ ਵਾਲੀ ਹੋਏਗੀ, ਕਿੰਨੀ ਕੁ ਤਪ ਵਾਲੀ ਇਹ ਧਰਤੀ ਹੋਏਗੀ, ਜਿੱਥੇ 10ਵੇਂ ਪਾਤਸ਼ਾਹ ਨੇ ਆਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਦੁਸ਼ਟਦਮਨ ਭਗਵਾਨ ਤੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਤੇ ਅਕਾਲ ਪੁਰਖ ਨੇ ਆਪਣੇ ਪੁੱਤਰ ਦੀ ਵਡਿਆਈ ਦੇ ਕੇ ਸਾਰੀਆਂ ਤਾਕਤਾਂ ਆਪਦੀਆਂ ਦੇ ਦਿੱਤੀਆਂ। ਫਿਰ ਇੱਥੇ ਭੇਜਿਆ, ਇੱਥੇ ਸਤਿਗੁਰੂ ਜੀ ਦਾ ਆਉਣਾ ਹੋਇਆ। ਸੋ ਪਹਿਲਾਂ ਇਹ ਧਰਤੀ ਕਿੰਨੀ ਭਾਗਾਂ ਵਾਲੀ, ਕਿੰਨੀ ਤਾਕਤਵਰ ਹੋਏਗੀ, ਤੇ ਫਿਰ ਸਤਿਗੁਰੂ ਜੀ ਦੇ ਇੱਥੇ ਆਉਣ ਦੇ ਨਾਲ, ਉਹਨਾਂ ਦੇ ਚਰਨਾਂ ਨਾਲ ਇੱਥੋਂ ਦਾ ਕਣ ਕਣ ਜੋ ਹੈ ਉਹ ਛੋਇਆ ਹੋਇਆ ਹੈ। ਤੇ ਕਿੰਨੀ ਕੋਈ ਸਿੱਧ ਭੂਮੀ ਹੈ। ਇੱਥੇ ਆ ਕੇ ਦਰਸ਼ਨ ਕਰਨੇ, ਸੇਵਾ ਕਰਨੀ, ਹਾਜ਼ਰੀ ਭਰਨੀ, ਬਾਣੀ ਪੜ੍ਹਨੀ, ਸਿਮਰਨ ਕਰਨਾ, ਇਹਦਾ ਬਹੁਤਾ ਲਾਭ ਹੈ, ਬਹੁਤਾ ਹੀ ਫੁੱਲ ਹੈ, ਬਹੁਤ ਜ਼ਿਆਦਾ ਲਾਭ। ਸੁਰੋ ਵਿਚਾਰ। ਸੋ ਇੱਕ ਤਾਂ ਇਹ ਵੀ ਹੈ ਵੀ ਸੰਗਤ ਵਿੱਚ ਆਉਣ ਦੇ ਨਾਲ ਜਿਹੜੇ ਕਰਮ ਨਹੀਂ ਮਿਟ ਸਕਦੇ, ਉਹ ਕਰਮ ਇੰਨੇ ਕਮਜ਼ੋਰ ਹੋ ਜਾਂਦੇ ਹਨ ਵੀ ਉਹਨਾਂ ਦਾ ਫਲ ਹੀ ਕੁਝ ਨਹੀਂ ਰਹਿੰਦਾ। ਜਿਵੇਂ ਸੂਲੀ ਤੋਂ ਸੂਲ ਬਣ ਜਾਣਾ, ਇੰਨੇ ਉਹ ਕਮਜ਼ੋਰ ਹੋ ਜਾਂਦੇ ਹਨ। ਸੰਗਤ ਵਿੱਚ ਆਉਂਦੇ ਰਹੀਏ, ਬਾਣੀ ਪੜ੍ਹਦੇ ਰਹੀਏ, ਇਸ ਤਰ੍ਹਾਂ ਕਰਨ ਦੇ ਨਾਲ ਆਮ ਕਰਕੇ ਉਹ ਮਿਟਦੇ ਨਹੀਂ, ਉਹ ਪੂਰਾ ਫਲ ਦਿੰਦੇ ਹਨ ਆਮ ਲੋਕਾਂ ਨੂੰ। ਇਹ ਸੰਗਤ ਦਾ ਲਾਭ ਹੈ। ਦੂਸਰਾ, ਸਤਿਗੁਰੂ ਸਮਰੱਥ ਹਨ। ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਈਏ, ਜੇ ਗੁਰੂ ਦੀ ਮਿਹਰ ਹੋ ਜਾਵੇ ਤੇ ਸਤਿਗੁਰੂ ਜੀ ਜਿਵੇਂ ਸਕੇਤ ਮੰਡੀ ਦੇ ਰਾਜੇ ਨੂੰ ਸੁਪਨੇ ਦੇ ਵਿੱਚ ਹੀ ਸਾਰੇ ਜਨਮ ਹੀ ਭੁਗਤਾ ਦਿੱਤੇ, ਕਰੋੜਾਂ ਜਨਮ ਉਹਦੇ ਅੱਗੇ ਤਿਆਰ ਸਨ। ਕਿਉਂਕਿ ਸਾਡੇ ਕੀਤੇ ਹੋਏ ਜਿਹੜੇ ਕਰਮ ਜਮ੍ਹਾਂ ਹਨ, ਉਹਨਾਂ ਵਿੱਚੋਂ ਪ੍ਰਾਰਬਧ ਬਣਦੀ ਹੈ। ਉਹਨਾਂ ਅਨੁਸਾਰ ਅਗਲੇ ਸਾਡੇ ਜਨਮ ਜਿਹੜੇ ਹਨ ਉਹ ਲਿਖੇ ਜਾਂਦੇ ਹਨ ਵੀ ਆਹ ਜਨਮ ਇਹਨੇ ਅੱਗੇ ਧਾਰਨਾ ਹੈ। ਹੁਣ ਅਗਲੇ ਜਿਹੜੇ ਜਨਮ ਉਹਨੇ ਕਰੋੜਾਂ ਹੀ ਧਾਰਨੇ ਸਨ। ਕਿਤੇ ਸੱਪ ਬਣਿਆ, ਕਿਤੇ ਠੂਹਾਂ ਬਣਿਆ, ਕਿਤੇ ਮਧੂ ਮੱਖੀ ਬਣਿਆ, ਕਿਤੇ ਕੀੜਾ ਮਕੌੜਾ ਬਣਿਆ, ਕਿਤੇ ਕੁਝ ਬਣਿਆ।
ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਕੇਤ ਮੰਡੀ ਦੇ ਰਾਜੇ ਦੇ ਸਾਰੇ ਕਰਮ ਜਿਹੜੇ ਸਨ, ਹਰੀਪੁਰ ਦੇ ਰਾਜੇ ਦੇ, ਉਹ ਸਾਰੇ ਸਤਿਗੁਰੂ ਜੀ ਨੇ ਸੁਪਨੇ ਦੇ ਵਿੱਚ ਹੀ ਮਿਟਾ ਦਿੱਤੇ। ਕਰਮ ਵੀ ਮਿਟ ਗਏ ਤੇ ਪਤਾ ਵੀ ਨਹੀਂ ਲੱਗਿਆ। ਜਿਹੜਾ ਅਖੀਰਲਾ ਜਨਮ ਸੀ ਉਹ ਪ੍ਰਤੱਖ ਦਿਖਾ ਦਿੱਤਾ। ਇਹ ਗੁਰੂ ਦੀ ਵਡਿਆਈ ਹੈ, ਗੁਰੂ ਦੀ ਮੌਜ ਹੈ। ਜੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਉਹ ਕਿੰਨੇ ਮਰਜ਼ੀ ਮਾੜੇ ਕਰਮ ਹੋਣ, ਕਿੰਨੇ ਮਰਜ਼ੀ ਅਗਲੇ ਜਨਮ, ਕਰੋੜਾਂ ਹੀ ਜਨਮ ਭਾਵੇਂ ਅੱਗੇ ਲੈਣੇ ਲਿਖੇ ਹੋਣ ਵੀ ਇਹਨੇ ਕਰੋੜਾਂ ਜਨਮ ਲੈਣੇ, ਅਜੇ ਯੁਗਾਂ ਤੱਕ ਇਹਨੇ ਦੁੱਖ ਭੋਗਣਾ ਹੈ। ਜੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਉਹ ਸੁਪਨੇ ਵਿੱਚ ਭਗਤਾ ਦਿੰਦਾ ਹੈ। ਇੱਕ ਗੱਲ ਹੋਰ ਹੈ, ਗੁਰੂ ਦੀ ਕਿਰਪਾ ਨਾਲ ਤਾਂ ਹੋ ਹੀ ਜਾਂਦਾ ਹੈ। ਗੁਰੂ ਦੇ ਸਿੱਖਾਂ ਵਿੱਚ ਵੀ ਬੜੀ ਤਾਕਤ ਹੈ। ਆਪਾਂ ਬਹੁਤ ਵਾਰ ਭਾਈ ਸੁਬੇਗ ਸਿੰਘ ਤੇ ਉਹਨਾਂ ਦੇ ਪੁੱਤਰ ਸ਼ਾਹਬਾਜ਼ ਸਿੰਘ ਦੀ ਸਾਖੀ ਸੁਣੀ ਹੈ। ਇਤਿਹਾਸ ਵਿੱਚ ਉਹ ਮੌਜੂਦ ਹੈ, ਲਿਖਿਆ ਹੋਇਆ ਹੈ। ਸੋ ਸ਼ਾਹਬਾਜ਼ ਸਿੰਘ ਬੜਾ ਵਿਦਵਾਨ ਸੀ, ਸੁਬੇਗ ਸਿੰਘ ਵੀ ਬੜੇ ਵਿਦਵਾਨ ਸਨ, ਅਰਬੀ ਫਾਰਸੀ ਦੇ। ਉਹ ਨੌਕਰੀ ਕਰਦੇ ਸਨ। ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿਵਾਉਣ ਵਿੱਚ ਵਿਚੋਲਗੀ ਸੁਬੇਗ ਸਿੰਘ ਨੇ ਹੀ ਕੀਤੀ ਸੀ। ਤੇ ਜਦੋਂ ਉਹਨਾਂ ਦੇ ਪੁੱਤਰ ਬਾਰੇ ਪਤਾ ਲੱਗਿਆ ਵੀ ਇਹ ਤਾਂ ਅਰਬੀ ਫਾਰਸੀ ਦਾ ਐਸਾ ਵਿਦਵਾਨ ਹੈ ਵੀ ਸਾਡੇ ਵਿੱਚ ਵੀ ਇੰਨਾ ਵਿਦਵਾਨ ਕੋਈ ਇਸਲਾਮ ਦੇ ਵਿੱਚ ਨਹੀਂ ਲੱਗਦਾ। ਉਮਰ ਵੀ 18-19 ਸਾਲ ਦੀ। ਸੂਬੇ ਲਾਹੌਰ ਨੇ ਕਹਿ ਦਿੱਤਾ ਵੀ ਇਹਨੂੰ ਮੁਸਲਮਾਨ ਬਣਾਓ। ਉਹਨੇ ਨਾ ਕਰ ਦਿੱਤੀ, ਸੁਬੇਗ ਸਿੰਘ ਨੇ ਵੀ ਨਾ ਕਰ ਦਿੱਤੀ। ਦੋਹਾਂ ਨੂੰ ਕੈਦ ਵਿੱਚ ਪਾ ਦਿੱਤਾ ਗਿਆ। ਵੱਖਰੇ ਵੱਖਰੇ ਬੜੇ ਤਸੀਹੇ ਦਿੱਤੇ ਗਏ। ਵੱਖਰਾ ਵੱਖਰਾ ਇੱਕ ਦੂਜੇ ਨੂੰ ਕਿਹਾ ਗਿਆ। ਕਿਤੇ ਪੁੱਤਰ ਨੂੰ ਕਿਹਾ ਤੇਰਾ ਪਿਓ ਮੰਨ ਗਿਆ, ਕਿਤੇ ਪਿਓ ਨੂੰ ਕਿਹਾ ਤੇਰਾ ਪੁੱਤਰ ਮੰਨ ਗਿਆ, ਤੂੰ ਕਿਉਂ ਨਹੀਂ ਮੰਨਦਾ। ਇਸ ਤਰ੍ਹਾਂ ਛਲ ਕਪਟ ਦੇ ਬੜੇ ਯਤਨ ਹੋਏ। ਫਿਰ ਸੁਬੇਗ ਸਿੰਘ ਵੱਖਰਾ ਕੈਦ ਸੀ ਤੇ ਸ਼ਾਹਬਾਜ਼ ਸਿੰਘ ਵੱਖਰਾ ਸੀ। ਤੇ ਮੁਲਾਣਿਆਂ ਨੇ ਸ਼ਾਹਬਾਜ਼ ਸਿੰਘ ਨੂੰ ਕਿਹਾ ਵੀ ਤੇਰਾ ਪਿਓ ਮੰਨ ਗਿਆ ਹੈ ਤੇ ਤੂੰ ਵੀ ਮੰਨ ਜਾ। ਉਹ ਤਿਆਰ ਹੋ ਗਿਆ, ਕਹਿੰਦਾ ਠੀਕ ਹੈ, ਪਰ ਇੱਕ ਵਾਰੀ ਮੈਨੂੰ ਮੇਰੇ ਪਿਓ ਦੇ ਨਾਲ ਮਿਲਾ ਦਿਓ। ਉਹ ਕਹਿੰਦੇ ਠੀਕ ਹੈ। ਜਦੋਂ ਮਿਲਾਉਣ ਵਾਸਤੇ ਆਏ ਤੇ ਉਹ ਨਿਤਨੇਮੀ ਸੀ, ਬਾਣੀ ਪੜ੍ਹਨ ਵਾਲੇ, ਦੋਹੇ ਪਿਓ ਪੁੱਤਰ ਸਨ, ਬੰਦਗੀ ਵਾਲੇ ਸਨ, ਅਭਿਆਸੀ ਸਨ। ਇਹ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਕਿ ਸੁਬੇਗ ਸਿੰਘ ਨੇ ਜਦੋਂ ਆਪਣੇ ਪੁੱਤਰ ਵੱਲ ਨਿਗਾਹ ਭਰ ਕੇ ਵੇਖਿਆ, ਉਹਨੂੰ ਅੰਦਰੋਂ ਆਵਾਜ਼ ਆਈ ਵੀ ਇਹਦੇ ਕਰਮਾਂ ਵਿੱਚ ਲਿਖਿਆ ਇੱਕ ਵਾਰ ਇਹਨੇ ਮੁਸਲਮਾਨ ਜ਼ਰੂਰ ਬਣਨਾ ਹੈ। ਇਹਦੇ ਮੱਥੇ ਤੇ ਲੇਖ ਲਿਖਿਆ ਹੋਇਆ ਹੈ। ਇਹ ਜਾਣ ਕੇ ਸੁਬੇਗ ਸਿੰਘ ਨੂੰ ਬੜੀ ਤਕਲੀਫ ਹੋਈ, ਬੜਾ ਦੁੱਖ ਹੋਇਆ ਵੀ ਸਿੰਘ ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਸਹਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ, ਪਰ ਮੁਸਲਮਾਨ ਨਹੀਂ ਬਣੇ, ਧਰਮ ਤੋਂ ਨਹੀਂ ਮੁਨਕਰ ਹੋਏ। ਪਰ ਮੇਰਾ ਪੁੱਤਰ ਹੈ, ਇਹਦੇ ਭਾਗਾਂ 'ਚ ਲਿਖਿਆ ਵੀ ਇੱਕ ਵਾਰ ਇਹ ਮੁਸਲਮਾਨ ਬਣੇਗਾ ਜ਼ਰੂਰ। ਇਹ ਲੇਖ ਲਿਖਿਆ ਹੋਇਆ ਮੱਥੇ ਤੇ। ਹੁਣ ਗੁਰਬਾਣੀ ਪੜ੍ਹਨ ਵਾਲੇ ਸਨ ਤੇ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦੇ ਸਨ। ਸਾਧ ਕੀ ਧੂਰ ਮਿਟੇ ਅਗ ਕੋਟ, ਸਾਧ ਪ੍ਰਸਾਦ ਜਨਮ ਮਰਨ ਤੇ ਛੋਟ। ਵੀ ਸਾਧ ਜਿਨੇ ਨੌ ਦੁਆਰੇ ਸਾਧ ਸਾਧ ਸਦਾਇਆ, ਸਾਧ ਨਾਮ ਨਿਰਮਲਤਾ ਕੇ ਕਰਮ। ਜਿਹਦੇ ਅੰਦਰ ਉਹ ਸਾਧਨਾ ਹੈ, ਜਿਨੇ ਬੰਦਗੀ ਕਰਕੇ ਅਸਾਧ ਮਨ ਨੂੰ ਸਾਧਿਆ ਹੈ, ਉਹਨੂੰ ਸਾਧ ਕਿਹਾ ਹੈ। ਕਿਸੇ ਭੇਖ ਨੂੰ, ਕਿਸੇ ਲਿਬਾਸ ਨੂੰ ਸਾਧ ਨਹੀਂ ਕਿਹਾ ਜਾਂਦਾ। ਸਾਧ ਤਾਂ ਇੱਕ ਜੀਵਨ ਦੀ ਕਲਾ ਹੈ, ਕਰਨੀ ਨੂੰ ਸਾਧ ਕਿਹਾ ਜਾਂਦਾ ਹੈ। ਹੁਣ ਕਰਨੀ ਸੀ ਉਹਨਾਂ ਦੀ, ਬੰਦਗੀ ਸੀ ਸੁਬੇਗ ਸਿੰਘ ਦੀ, ਸੋਝੀ ਹੋ ਗਈ।
ਤੇ ਸਤਿਗੁਰੂ ਨੇ ਨਾਲ ਦੀ ਨਾਲ ਫਿਰ ਇਹ ਵੀ ਸੋਝੀ ਦੇ ਦਿੱਤੀ। ਗੁਰਬਾਣੀ ਦੀਆਂ ਪੰਕਤੀਆਂ ਸਾਹਮਣੇ ਆ ਗਈਆਂ ਵੀ ਸਾਧ ਕੀ ਧੂਰ ਮਿਟੇ ਅਗ ਕੋਟ, ਧੂੜੀ ਲੇਖ ਮਿਟਾਇਆ। ਤੇ ਇਹ ਪੰਕਤੀ ਜਦੋਂ ਸਾਹਮਣੇ ਆਈ ਗੁਰਬਾਣੀ ਦੀ, ਗੁਰਬਾਣੀ ਦਾ ਪਾਠ ਸਹਿਜ ਪਾਠ ਵੀ ਕਰਦੇ, ਹੋਰ ਵੀ ਬਾਣੀ ਪੜ੍ਹਦੇ, ਵੀ ਜਿਹੜਾ ਬੰਦਗੀ ਵਾਲਾ ਹੈ ਉਹਦੀ ਚਰਨਾਂ ਦੀ ਧੂੜ ਦੇ ਨਾਲ ਲੇਖ ਮਿਟ ਜਾਂਦਾ ਹੈ। ਉਦੋਂ ਹੀ ਖੁਸ਼ੀ ਹੋ ਗਈ ਅੰਦਰ ਵੀ ਆਹ ਗੱਲ ਤਾਂ ਠੀਕ ਹੈ। ਪੁੱਤਰ ਨੂੰ ਕਿਹਾ ਬੇਟਾ ਥੋੜ੍ਹਾ ਨੇੜੇ ਹੋ ਮੇਰੇ। ਜਦੋਂ ਨੇੜੇ ਆਏ, ਹੁਣ ਪੈਰਾਂ ਵਿੱਚ ਬੇੜੀਆਂ, ਹੱਥਾਂ ਵਿੱਚ ਹਥਕੜੀਆਂ, ਪੈਰ ਪਿੱਛੇ ਨੂੰ ਨੂੜੇ, ਹੱਥ ਪਿੱਛੇ ਨੂੰ ਨੂੜੇ ਹੋਏ। ਕਿਹਾ ਵੀ ਇਉਂ ਕਰ, ਥੋੜ੍ਹਾ ਜਿਹਾ ਨੀਵਾਂ ਹੋ, ਮੈਂ ਤੇਰਾ ਪਿਓ ਹਾਂ, ਮੈਂ ਚਾਹੁੰਦਾ ਹਾਂ ਮੈਂ ਤੈਨੂੰ ਅਸ਼ੀਰਵਾਦ ਦਿਆਂ ਤੇ ਤੂੰ ਮੈਨੂੰ ਮੱਥਾ ਟੇਕ। ਤੇ ਜਦੋਂ ਉਹਨੇ ਆਪਦਾ ਸਿਰ ਨੀਵਾਂ ਕੀਤਾ ਮੱਥਾ ਟੇਕਣ ਵਾਸਤੇ, ਤੇ ਉਹਦੇ ਮੱਥੇ 'ਤੇ ਆਪਣਾ ਪੈਰ ਲਾ ਦਿੱਤਾ। ਉਹ ਪੈਰ ਦੀ ਧੂੜ ਮੱਥੇ 'ਤੇ ਲੱਗਣ ਦੀ ਦੇਰ ਸੀ ਕਿ ਧੂੜੀ ਲੇਖ ਮਿਟਾਇਆ, ਲੇਖ ਹੀ ਮਿਟ ਗਿਆ। ਸੁਬੇਗ ਸਿੰਘ ਕਹਿੰਦੇ ਚੰਗਾ ਵੀ ਹੁਣ ਇਹਨੂੰ ਪੁੱਛੋ। ਪੁੱਛਿਆ ਵੀ ਤੂੰ ਤਾਂ ਮੰਨ ਗਿਆ ਸੀ, ਤਿਆਰ ਹੋ ਗਿਆ ਸੀ। ਕਹਿੰਦਾ ਪਤਾ ਨਹੀਂ, ਮੈਨੂੰ ਤਾਂ ਕੋਈ ਹੋਸ਼ ਨਹੀਂ ਵੀ ਮੈਂ ਕਿਹਾ ਹੋਵੇ ਵੀ ਤੁਸੀਂ ਭਾਵੇਂ ਮੇਰੇ ਟੁਕੜੇ ਟੁਕੜੇ ਕਰ ਦਿਓ, ਪਰ ਮੈਂ ਕਦੀ ਇਸਲਾਮ ਕਬੂਲ ਨਹੀਂ ਕਰ ਸਕਦਾ। ਲੇਖ ਹੀ ਮਿਟ ਗਿਆ ਜਦੋਂ। ਸੋ ਗੁਰੂ ਦਾ ਸਮਰੱਥ ਹੈ ਤਿੰਨੇ ਗੱਲਾਂ। ਸੰਗਤ ਵਿੱਚ ਆਉਣ ਦੇ ਨਾਲ ਵੀ ਜਿਹੜੇ ਮਾੜੇ ਕਰਮਾਂ ਦਾ ਫਲ ਹੈ ਉਹ ਘਟ ਜਾਂਦਾ ਹੈ, ਤੇ ਘਟਦਾ ਘਟਦਾ ਇੰਨਾ ਕਮਜ਼ੋਰ ਹੋ ਜਾਂਦਾ ਹੈ ਜਿਵੇਂ ਸੂਲੀ ਤੋਂ ਸੂਲ। ਤੇ ਗੁਰੂ ਦੀ ਜਦੋਂ ਕਿਰਪਾ ਹੋਵੇ, ਇਹ ਤਾਂ ਪ੍ਰਾਰਬਧ ਕਰਮ ਕੱਢਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਕਰੋੜਾਂ ਜਨਮਾਂ ਦੇ ਪ੍ਰਾਰਬਧ ਹੀ ਖਤਮ ਹੋ ਜਾਂਦੀ ਹੈ। ਜਿਹੜੀ ਪ੍ਰਾਰਬਧ ਨੇ ਸਾਡੇ ਅੱਗੇ ਕਰੋੜਾਂ ਜਨਮ ਬਣਾਏ ਹੋਏ ਹਨ। ਜੇ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਸੁਪਨੇ ਵਿੱਚ ਹੀ ਭਗਤਾ ਦਿੰਦਾ, ਉਦਾਂ ਹੀ ਕਿਰਪਾ ਕਰ ਦੇਵੇ, ਗੁਰੂ ਦੀ ਮਿਹਰ ਦੇ ਨਾਲ ਉਹ ਵੀ ਮਿਟ ਜਾਂਦੇ ਹਨ। ਤੇ ਜਿਹੜੇ ਬੰਦਗੀ ਵਾਲੇ ਗੁਰੂ ਕੇ ਸਿੱਖ ਹਨ, ਜਿਨ੍ਹਾਂ ਨੇ ਆਪਦੇ ਮਨ ਨੂੰ ਸਾਧਿਆ ਹੋਇਆ ਹੈ, ਜੋ ਸਵਾਸ ਸਵਾਸ ਸਿਮਰਨ ਕਰਦੇ, ਜਾਂ ਇਉਂ ਕਹਿ ਲਓ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਉਹ ਹਿਰਦੇ ਅੰਦਰ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਅੰਦਰ ਜਪਦੇ ਰਹਿੰਦੇ, ਚੱਲਦਾ ਰਿਹਾ। ਜਪਾ ਜਾਪ ਨਾ ਵਿਸਰਿਆ ਜੁਗਾ ਸਮਾਏ। ਐਸੇ ਗੁਰਸਿੱਖ ਵੀ ਕਰਮ ਮਿਟਾ ਦਿੰਦੇ ਹਨ, ਉਹਨਾਂ ਦੀ ਚਰਨਾਂ ਦੀ ਧੂੜ ਵੀ ਕਰਮ ਮਿਟਾ ਦਿੰਦੀ ਹੈ। ਤੇ ਉਸ ਤਰ੍ਹਾਂ ਆਮ ਲੋਕਾਂ ਵਾਸਤੇ ਇਹ ਹੈ ਵੀ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਉਹ ਮਿਟ ਹੀ ਨਹੀਂ ਸਕਦਾ, ਕੋਈ ਨਹੀਂ ਮਿਟਾ ਸਕਦਾ। ਪਰ ਇਹ ਗੁਰੂ ਘਰ ਅੰਦਰ ਐਸੀ ਵਡਿਆਈ ਹੈ, ਸੰਗਤ ਦੀ ਐਸੀ ਮਹਿਮਾ ਹੈ, ਗੁਰੂ ਦੀ ਐਸੀ ਵਡਿਆਈ ਹੈ, ਬੰਦਗੀ ਵਾਲਿਆਂ ਦੀ ਐਸੀ ਵਡਿਆਈ ਹੈ, ਗੁਰਸਿੱਖਾਂ ਦੀ। ਸੁਰੋ ਵਿਚਾਰ। ਤੇ ਹੁਣ ਕਰਮਾਂ ਦੀ ਗੱਲ ਸੀ। ਬੀਬੀ ਸੁਲੱਖਣੀ ਆਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ। ਸਤਿਗੁਰੂ ਜੀ ਨੇ ਵੇਖਿਆ, ਕਿਹਾ ਤੇਰੇ ਤਾਂ ਭਾਗਾਂ ਵਿੱਚ ਔਲਾਦ ਹੈ ਹੀ ਨਹੀਂ। ਇਹ ਜਨਮ ਕੀ ਅਗਲੇ 7 ਜਨਮਾਂ ਵਿੱਚ ਵੀ ਤੇਰੇ ਘਰ ਔਲਾਦ ਨਹੀਂ ਹੋਣੀ, ਤੇਰੇ ਤਾਂ ਕਰਮਾਂ 'ਚ ਹੀ ਹੈ ਨਹੀਂ। ਨਿਰਾਸ਼ ਹੋ ਕੇ ਜਾ ਰਹੀ ਸੀ। ਭਾਈ ਗੁਰਦਾਸ ਜੀ ਮਿਲ ਗਏ। ਬ੍ਰਹਮ ਗਿਆਨੀ ਵੀ ਸਨ ਤੇ ਵਿਦਵਾਨ ਵੀ ਸਨ, ਕਿਉਂਕਿ ਜਿਹੜੇ ਦੇ ਕੋਲ ਦੋਨੇ ਗੱਲਾਂ ਹੋਣ, ਵਿਦਵਾਨ ਹੀ ਹੋਵੇ ਤੇ ਬ੍ਰਹਮ ਗਿਆਨੀ ਵੀ ਹੋਵੇ, ਉਹ ਉਪਦੇਸ਼ ਐਸੇ ਢੰਗ ਨਾਲ ਦਿੰਦਾ ਹੈ, ਉਹਨੂੰ ਇੱਕ ਤਾਂ ਸੋਝੀ ਵੀ ਹੁੰਦੀ ਸਾਰੀ ਅਗਲੀ ਗੱਲ ਦੀ, ਵੀ ਉਹਦੇ ਨਾਲ ਫਿਰ ਉਹ ਕਾਰਜ ਰੁਕ ਨਹੀਂ ਸਕਦਾ ਜਿਹੜਾ ਉਹਦੇ ਉਪਦੇਸ਼ 'ਤੇ ਅਮਲ ਕਰ ਲਵੇ। ਜੇ ਅਮਲ ਨਾ ਕਰੇ ਫਿਰ ਉਹਦਾ ਕੋਈ ਦੋਸ਼ ਨਹੀਂ। ਭਾਈ ਗੁਰਦਾਸ ਜੀ ਨੇ ਕਿਹਾ ਵੀ ਤੂੰ ਰੋਂਦੀ ਜਾਨੀ ਹੈ, ਗੱਲ ਕੀ? ਕਹਿੰਦੀ ਜੀ ਮੈਂ ਨਿਰਾਸ਼ ਹੋ ਗਈ ਹਾਂ ਵੀ ਇੱਥੋਂ ਗੁਰੂ ਘਰ ਤੋਂ ਵੀ ਮੈਨੂੰ ਪੁੱਤਰ ਨਹੀਂ ਮਿਲਿਆ। ਤੇ ਗੁਰੂ ਜੀ ਨੇ ਕਹਿ ਦਿੱਤਾ ਵੀ ਤੇਰੇ ਤਾਂ ਕਰਮਾਂ 'ਚ 1 ਜਨਮ ਕੀ 7 ਜਨਮ
तेरे कर्मां च पुत्र है ही नहीं, होना ही नहीं। कहते अच्छा भाई गुरदास जी कहते चंगा, फिर हुण तैनूं एक तरीका दसदा हाँ मैं। शाम के वक्त तकरीबन 3-4 बजे जदों पहर दिन बाकी रह जाएगा, उदों सतगुरु जी घोड़े ते सवार हो के शिकार नूं जांदे ने शाम के टाइम। जे तू इउं कर भी कागज भी लै लै, कलम भी लै लै, दवात भी लै लै, ये चीज़ां आपदे कोल रखी संभाल के। ते सतगुरु जी दे अगे हथ जोड़ के खड़ी हो जाई उन्हां दे घोड़े दे अगे, वो रुक जाणगे जरूर। फिर तो उन्हां अगे बेनती करी कि मैनू पुत्र दी दात बख्शो। तो उन्हां फिर यही गल कहनी है भी तेरे तो भागां विच नहीं, तैनूं पहले कहा सी तेरे भागां च है ही नहीं, कर्मां च है ही नहीं। तू फिर ये गल कही भी तुसी ही उत्थे कर्म लिखण वाले सी, इत्थे भी तुसी हो। जे उदों नहीं लिखिया तो मेरे कर्मां च नहीं, मेरे ऐसे कर्म नहीं जिस करके मैनूं पुत्र मिल सके, तो तुसी तां समर्थ हो, लिख दो मेरे कर्मां च। तो सतगुरु जी ने फिर टालन का यतन किया, कह लगे अच्छा कोई नहीं, जो कागज होएगा, कलम होएगी, शाही होएगी, उदों असीं लिख देंगे। कह लगी महाराज मैं तो सारा कुछ पहले लेके आई हाँ, आ लो कागज, आ लो कलम ते दवात ते लिख दो। हुण सतगुरु जी घोड़े ते खलोते सन, बैठे हुए सन घोड़े ते घोड़ा खड़ा होया है। सतगुरु जी कहते चंगा लिया, फिर हुण समर्थ हन, गुरु अवतार हन, ये नहीं फिर कहा भी असीं नहीं लिख सकते, तेरे कर्मां च असीं कुछ नहीं कर सकते, ये नहीं कहा। वो समर्थ हन, कहते लिया। फिर जो लिखन लगे कहते घोड़े ने पौड़ हिला दिता, तो एक का मूँह खुला रह गया तो सादा बन गया। तो जिहड़े महापुरुष उन्होंने दी ये सोच है भी सतगुरु समर्थ हन, गुरु अवतार हन, वो इन्नी दया के घर में इन्ने खुश हो गए, कहन लगे चंगा तेरे 7 जन्मां विच नहीं सी ते तैनूं 7 ही दे दिते, हुण जा। 7 पुत्र होए। फिर अरदास की सी, हे गुरु हरगोबिंद साहिब महाराज, नाम सुलखनी, पिंड है चब्बे, अरदास करेंदी गुरु हरगोबिंद साहिब दे अगे। क्यों जदों ने बेनती की, सो ये है गुरु घर की वडियाई, गुरु की समर्थता, गुरु आप पार ब्रह्म परमेश्वर हैं। सो ये है विधि पक्ष की गल। पर भाई दया सिंह ने नखेत पक्ष की गल की है भी माड़े कर्मां का फल माड़ा होता है। सो कर्म मिट सकते हैं, वो गुरु घर की वडियाई है, वो गुरु नानक दे दर की वडियाई है। जे दूजा होंदा तो कित्थे मिटना सी, जिहड़ा कौड़ा राखस सी जो होर ये राजे जनक दे सरापे हुए कर्म बड़े हुए, कोई नहीं मिटा सकिया उन्होंने, जिन्हें श्राप दिता वो भी नहीं मिटा सकिया, पर मिटाउण वाले गुरु नानक उन्होंने मिटा दिते। ये सतगुरु की वडियाई है। सो रहो विचार। हुण ये गल चल रही है भी कर्म किस तरह साडे अंदर जमा होंदे हन। वो आपां अग्यान दे बारे, अंतःकरण बारे, चेतन आत्मा दे बारे कल भी ते परसों भी 2 दिन बड़ी डूंगी सूखम विचार, तो हुण आपां उही विचार जे बार बार करांगे फिर अगे तुरिया ही नहीं जाना। तो हुण आपां वो अगली जो विचार है सरवण करन दे वास्ते आपो अपने ख्यालां नूं बाहरों रोकीए, सावधान एकाग्र चीत हुंदे होए मन करके हाजरियां लवाइए, रसना करिए पवित्र, सारे गज के आखिए सत श्री
ਸਾਡਾ ਅੰਤःਕਰਨ, ਅੰਦਰਲੇ ਇੰਦਰੇ ਮਨ ਬੁੱਧ ਚਿੱਤ ਹੰਕਾਰ, ਤੇ ਦੂਸਰਾ ਅਗਿਆਨ ਹੈ। ਤੇ ਅਗਿਆਨ ਉਹ ਅਕਾਲ ਪੁਰਖ ਦੇ ਹੁਕਮ ਦੇ ਨਾਲ ਪੈਦਾ ਹੋਇਆ, ਜਿਸ ਤੋਂ ਅੱਗੇ ਸਾਰਾ ਆਕਾਰ ਬਣਿਆ ਹੈ। ਅਗਿਆਨ ਤੋਂ ਹੀ ਅੱਗੇ ਸਾਰਾ ਆਕਾਰ ਬਣਿਆ ਹੈ। ਤੇ ਉਹਦੇ ਵਿੱਚ ਪਰਮਾਤਮਾ ਦਾ ਪਰਛਾਵਾਂ ਪੈਣਾ, ਅਕਸ ਪੈਣਾ, ਕਿ ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੋਣ, ਹਵੈ ਇਕਤਰ ਧਾਰੈ ਕਰਮ, ਧਰੈ ਨ ਹਵੈ ਇਕ ਹੀਨ। ਇਹ ਜੇ ਤਿੰਨੇ ਇਕੱਠੇ ਹੋ ਜਾਣ ਤਾਂ ਜੋ ਅਸੀਂ ਕਰਮ ਕਰਦੇ ਹਾਂ ਰੋਜ਼, ਜੇ ਚੰਗੇ ਕਰਮ ਕਰਾਂਗੇ, ਰੋਜ਼ ਸੰਗਤ ਵਿੱਚ ਆਵਾਂਗੇ, ਕਥਾ ਕੀਰਤਨ ਸੁਣਾਂਗੇ, ਬਾਣੀ ਪੜ੍ਹਾਂਗੇ, ਉਹ ਸਾਡੇ ਚੰਗੇ ਕਰਮ ਲਿਖੇ ਜਾਣਗੇ, ਉਹਨਾਂ ਦਾ ਫਲ ਸਾਨੂੰ ਚੰਗਾ ਮਿਲੇਗਾ। ਇੱਥੇ ਵੀ ਚੰਗਾ ਹੋ ਜਾਂਦਾ ਹੈ। ਆਮ ਤਾਂ ਸਾਰੇ ਧਰਮਾਂ ਦੀ ਇਹ ਗੱਲ ਹੈ ਵੀ ਤੁਹਾਨੂੰ ਪਿਛਲੇ ਜਨਮਾਂ ਦਾ ਫਲ ਹੁਣ ਮਿਲੇਗਾ ਤੇ ਹੁਣ ਵਾਲਾ ਅੱਗੇ ਮਿਲੇਗਾ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਇਹ ਕਰ ਕਰੇ ਸੋ ਇਹ ਕਰ ਪਾਏ, ਇੱਥੇ ਹੀ ਮਿਲੇਗਾ। ਅੱਗੇ ਕਿਨੇ ਤੇ ਇੱਥੇ ਹੀ ਮਿਲੇਗਾ। ਜੇ ਚੰਗੇ ਕਰਮ ਕਰੋਗੇ ਤੁਹਾਡਾ ਇੱਥੇ ਸਾਰੀ ਤਬਦੀਲੀ ਸ਼ੁਰੂ ਹੋ ਜਾਏਗੀ। ਜੇ ਮਾੜੇ ਕਰਮ ਕਰਨ ਲੱਗ ਜਾਓਗੇ ਤੇ ਫਿਰ ਥੱਲੇ ਡਿੱਗਦੇ ਜਾਓਗੇ, ਤੇ ਚੰਗੇ ਕਰਮ ਕਰਨ ਲੱਗ ਜਾਓਗੇ ਫਿਰ ਚੜ੍ਹਾਈ ਚੜ੍ਹਨ ਲੱਗ ਜਾਓਗੇ। ਚੰਗੇ ਕਰਮਾਂ ਦਾ ਫਲ ਕਾਰੋਬਾਰ, ਤਰੱਕੀ ਹੋਣੀ, ਪਦਵੀ ਮਿਲਣੀ, ਮਾਨ ਸਨਮਾਨ ਮਿਲਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਇਹ ਸਾਰਾ ਚੰਗੇ ਕਰਮਾਂ ਦੇ ਨਾਲ ਹੋਈ ਜਾਏਗਾ। ਜੇ ਮਾੜੇ ਕਰਮ ਕਰੋਗੇ ਉਲਟਾ ਕਲੇਸ਼ ਪੈ ਜਾਏਗਾ, ਘਰ ਵਿੱਚ ਵੀ ਕਲੇਸ਼। ਮਾੜੇ ਕਰਮਾਂ ਦਾ ਫਲ ਹੈ। ਕਾਰੋਬਾਰ ਵੀ ਡਾਊਨ, ਮਨ ਵੀ ਦੁਖੀ ਅਸ਼ਾਂਤ, ਸਰੀਰ ਵੀ ਰੋਗੀ, ਇਹ ਮਾੜੇ ਕਰਮਾਂ ਦਾ ਫਲ ਹੈ। ਇੱਥੇ ਹੀ ਮਿਲੀ ਜਾਂਦਾ ਹੈ। ਤੇ ਚੰਗੇ ਕਰਮ ਜਿਵੇਂ ਜਿਵੇਂ ਕਰਦੇ ਜਾਓਗੇ ਉਹ ਮਾੜੇ ਕਰਮਾਂ ਦਾ ਫਲ ਘਟਦਾ ਜਾਏਗਾ ਤੇ ਚੰਗੇ ਕਰਮਾਂ ਦਾ ਫਲ ਵੱਧਦਾ ਜਾਏਗਾ, ਉਹ ਜਮ੍ਹਾਂ ਹੁੰਦੇ ਜਾਣਗੇ। ਸੋ ਅੰਤःਕਰਨ ਜਿਹੜਾ ਸਾਡਾ ਹੈ, ਮਨ ਬੁੱਧ ਚਿੱਤ ਹੰਕਾਰ, ਇਹਦੇ ਵਿੱਚ ਤਾਕਤ ਤਾਂ ਹੀ ਆਉਂਦੀ ਹੈ ਜੇ ਤਿੰਨੇ ਚੀਜ਼ਾਂ ਹੋਣ। ਆਤਮਾ ਦਾ ਪਰਛਾਵਾਂ ਵਿੱਚ ਪਵੇ, ਜਿਵੇਂ ਰਾਤੀ ਪਰਛਾਵੇਂ ਦੀ ਵਿਚਾਰ ਆਪਾਂ ਕੀਤੀ ਸੀ, ਉਹਦੇ ਨਾਲ ਤਾਕਤ ਆ ਜਾਂਦੀ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਦੇ ਸਾਹਮਣੇ ਅਸੀਂ ਮੋਟਾ ਸ਼ੀਸ਼ਾ ਜਿਹੜਾ ਹੈ ਉਹ ਕਰੀਏ, ਉਹ ਸੂਰਜ ਦੀਆਂ ਕਿਰਨਾਂ ਨੂੰ ਇਕੱਠੀਆਂ ਕਰਕੇ ਤੇ ਥੱਲੇ ਕੋਈ ਚੀਜ਼ ਉਹਦੇ ਹੋਵੇ, ਕੱਪੜਾ ਹੋਵੇ, ਰੂੰ ਹੋਵੇ, ਅੱਗ ਪੈਦਾ ਕਰ ਦੇਗਾ। ਉਹ ਅੱਗ ਨੂੰ ਹੁਣ ਭਾਵੇਂ ਚੰਗੇ ਪਾਸੇ ਵਰਤੋ ਭਾਵੇਂ ਮਾੜੇ ਪਾਸੇ ਵਰਤੋ, ਪਰ ਸੂਰਜ ਨੂੰ ਉਹਦਾ ਕੋਈ ਦੋਸ਼ ਨਹੀਂ ਹੈ। ਪਰ ਅੰਤःਕਰਨ ਹੈ, ਉਹ ਸ਼ੀਸ਼ਾ ਹੈ, ਤਾਂ ਹੀ ਉਹ ਅੱਗੇ ਤਬਦੀਲੀ ਆਈ। ਇਸੇ ਤਰ੍ਹਾਂ ਪ੍ਰਮਾਤਮਾ ਨੇ ਇਹ ਪਹਿਲੇ ਬਣਾਇਆ, ਮਨ ਬੁੱਧ ਚਿੱਤ ਹੰਕਾਰ, ਅੰਤःਕਰਨ ਬਣਾ ਦਿੱਤਾ। ਇਹ ਵੀ ਸੂਖਮ ਹੈ, ਦਿਖਾਈ ਨਹੀਂ ਦਿੰਦਾ। ਅਗਿਆਨ ਵੀ ਦਿਖਾਈ ਨਹੀਂ ਦਿੰਦਾ, ਤੇ ਪ੍ਰਮਾਤਮਾ ਦੀ ਜਿਹੜੀ ਅੰਸ਼ ਹੈ, ਜਿਹੜੀ ਦੀ ਜੋਤ ਹੈ, ਉਹ ਵੀ ਦਿਖਾਈ ਨਹੀਂ ਦਿੰਦੀ, ਪਰ ਹੈ, ਉਹ ਤਾਕਤ ਹੈ। ਇਹ ਤਿੰਨੇ ਜਦੋਂ ਇਕੱਠੇ ਹੋਣ, ਅੰਤःਕਰਨ, ਅਗਿਆਨ ਤੇ ਚੇਤਨ ਆਤਮਾ, ਉਹਦਾ ਵਿੱਚ ਅਕਸ ਪੈਣਾ, ਤਾਂ ਜੋ ਵੀ ਅਸੀਂ ਕਰਮ ਕਰਦੇ ਹਾਂ ਉਹ ਫਿਰ ਅੰਦਰ ਸਟੋਰ ਹੋਈ ਜਾਂਦੇ ਹਨ, ਜਮ੍ਹਾਂ ਹੋਈ ਜਾਂਦੇ ਹਨ। ਭਾਈ ਦਇਆ ਸਿੰਘ ਜੀ ਕਹਿੰਦੇ, ਹੁਣ ਅਸੀਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ, ਜੇ ਤੁਹਾਡੀ ਸਮਝ ਵਿੱਚ ਆ ਜਾਵੇ, ਸਮਝਣ ਦੇ ਵਾਸਤੇ। ਇਹ ਖਾਲਸਾ ਜੀ, ਇਹ ਦ੍ਰਿਸ਼ਟਾਂਤ ਸੁਣੋ ਜਿਸ ਤਰ੍ਹਾਂ ਹੈ। ਹੁਣ ਅਗਿਆਨ ਮਤਲਬ ਹੁੰਦਾ ਹੈ ਪਰਦਾ। ਉਹ ਚੇਤਨ ਬ੍ਰਹਮ ਦੇ ਨਾਲੋਂ ਅਗਿਆਨ ਜਦੋਂ ਪੈਦਾ ਹੋਇਆ, ਉਹਦੇ ਹੁਕਮ ਅਨੁਸਾਰ, ਹੁਕਮ ਹੀ ਹੋਵਨ ਆਕਾਰ, ਪਰ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਇਸ ਕਰਕੇ ਅਗਿਆਨ ਦੇ ਬਾਰੇ ਵੀ ਨਹੀਂ ਕਿਹਾ ਜਾ ਸਕਦਾ ਵੀ ਇਹ ਵੀ ਅਨਾਦਿ ਹੈ, ਮਾਇਆ ਵੀ ਅਨਾਦਿ ਹੈ, ਜਨਮ ਤੋਂ ਰਹਿਤ ਹੈ। ਸੁਰੋ ਵਿਚਾਰ, ਇਸੇ ਤਰ੍ਹਾਂ ਅਗਿਆਨ ਤੋਂ ਜਿਹੜੇ ਤਿੰਨ ਗੁਣ ਪੈਦਾ ਹੋਏ, ਸਤੋ ਗੁਣ, ਰਜੋ ਗੁਣ ਤੇ ਤਮੋ ਗੁਣ,
ਤੇ ਤਿੰਨੇ ਗੁਣ ਜਦੋਂ ਇਕੱਠੇ ਹੋਏ ਉਦੋਂ ਮਾਇਆ ਬਣ ਗਈ। ਸੋ ਆਪਾਂ ਉਸ ਪਾਸੇ ਨਾ ਜਾਈਏ। ਸਤੋ ਗੁਣ ਜਿਹੜਾ ਤਿੰਨਾਂ ਗੁਣਾਂ ਵਿੱਚੋਂ ਸਤੋ ਗੁਣ ਮੁੱਖ ਹੈ, ਇਹ ਸਮਝ ਲਓ ਵੀ ਇੱਕ ਮਿੱਟੀ ਹੈ, ਭਾਂਡੇ ਬਣਾਉਣ ਦਾ ਪ੍ਰਮਾਣ ਦਿੰਦੇ ਹਨ। ਜਿਵੇਂ ਘੁਮਿਆਰ ਪਹਿਲਾਂ ਮਿੱਟੀ ਦਾ ਢੇਲਾ ਲਿਆਏਗਾ, ਉਹਨੂੰ ਫਿਰ ਕੁੱਟ ਕੇ ਬਰੀਕ ਕਰੇਗਾ, ਚੀਕਣੀ ਮਿੱਟੀ ਵਧੀਆ ਲੱਭ ਕੇ ਉਹਨੂੰ ਬਰੀਕ ਕਰੇਗਾ, ਬਰੀਕ ਕਰਕੇ ਫਿਰ ਉਹਦਾ ਗੋਲਾ ਜਿਹਾ ਬਣਾਏਗਾ ਪਾਣੀ ਦੇ ਨਾਲ, ਤੇ ਫਿਰ ਜਦੋਂ ਉਹਨੂੰ ਆਪਣੇ ਚੱਕ 'ਤੇ ਚੜਾਉਂਦਾ ਹੈ ਭਾਂਡਾ ਬਣਾਉ, ਫਿਰ ਵੀ ਪਾਣੀ ਦੀ ਲੋੜ ਪੈਂਦੀ। ਬਿਨਾਂ ਪਾਣੀ ਤੋਂ ਨਾਲ ਦੀ ਨਾਲ ਪਾਣੀ ਵੀ ਲਾਈ ਜਾਏਗਾ ਤੇ ਚੱਕ ਘੁੰਮੀ ਜਾਏਗਾ, ਉਹ 'ਚ ਹੱਥ ਫੇਰੀ ਜਾਏਗਾ ਤਾਂ ਭਾਂਡਾ ਬਣੀ ਜਾਏਗਾ। ਤੇ ਭਾਂਡੇ ਵਿੱਚ ਜਿਹੜੀ ਖਾਲੀ ਥਾਂ ਹੈ ਉਹਨੂੰ ਆਕਾਸ਼ ਕਹਿੰਦੇ ਹਨ। ਹੁਣ ਖਾਲੀ ਥਾਂ ਹੋਏਗੀ ਤਾਂ ਹੀ ਵਿੱਚ ਕੋਈ ਚੀਜ਼ ਰੱਖੀ ਜਾਏਗੀ। ਇਸੇ ਤਰ੍ਹਾਂ ਛੋਟਾ ਹੋਵੇ ਭਾਂਡਾ, ਵੱਡਾ ਹੋਵੇ, ਉਹ ਜਿਹੜਾ ਆਕਾਸ਼ ਜੋ ਖਾਲੀ ਥਾਂ ਹੈ ਉਹਦੇ ਵਿੱਚ ਤਾਕਤ ਹੋ ਜਾਂਦੀ ਹੈ ਕਿ ਉਹ ਸਮਾਨ ਨੂੰ ਰੱਖ ਸਕਦਾ ਹੈ ਆਪਦੇ ਅੰਦਰ ਟਿਕਾ ਕੇ, ਖਿੰਡਣ ਨਹੀਂ ਦੇਵੇਗਾ, ਟਿਕਾ ਕੇ ਅੰਦਰ ਰੱਖ ਲਵੇਗਾ। ਇਸੇ ਤਰ੍ਹਾਂ ਹੀ ਅੰਤःਕਰਣ ਤੇ ਅਗਿਆਨ, ਇਹ ਦੋਹੇ ਮਿਲ ਕੇ ਸੋ ਭਾਂਡਾ ਤਿਆਰ ਹੁੰਦਾ ਹੈ। ਕਿਵੇਂ ਹੁੰਦਾ ਹੈ? ਉਹ ਸੂਖਮ ਹੈ। ਜਿਹੜਾ ਸਤੋ ਗੁਣ ਹੈ ਇਹ ਸਮਝ ਲਓ ਵੀ ਇੱਕ ਮਿੱਟੀ ਹੈ। ਅੰਤःਕਰਣ ਪਿੰਡ ਹੈ ਕਾਹੇ। ਫਿਰ ਸਤੋ ਗੁਣ ਰੂਪੀ ਮਿੱਟੀ ਤੇ ਅੰਤःਕਰਣ ਜਿਹੜਾ ਮਨ ਬੁੱਧ ਚਿੱਤ ਹੰਕਾਰ, ਇਹ ਫਿਰ ਮਿੱਟੀ ਨੂੰ ਬਰੀਕ ਕਰਕੇ ਇੱਕ ਗੋਲਾ ਬਣਾ ਲਿਆ। ਆਤਮ ਚੇਤਨ ਰੂਪ ਆਕਾਸ਼। ਉਸ ਫਿਰ ਗੋਲੇ ਨੂੰ ਚੇਤਨ ਆਤਮਾ ਰੂਪ ਜੋ ਆਕਾਸ਼ ਹੈ ਕਿਉਂ ਦੱਸ ਰਹੇ ਹਨ? ਹਰ ਅਗਿਆਨ ਰੂਪ ਜਲ ਰਾਸ। ਹੁਣ ਉਹਦੇ ਵਿੱਚ ਆਕਾਸ਼ ਖਾਲੀ ਥਾਂ, ਜਿਹੜੀ ਆਕਾਸ਼ ਦਾ ਮਤਲਬ ਖਾਲੀ ਥਾਂ ਵਿੱਚ ਘੜੇ ਦੇ, ਜਿਹੜੀ ਨੂੰ ਆਕਾਸ਼ ਕਹਿੰਦੇ ਹਾਂ। ਇੱਧਰ ਆਕਾਸ਼ ਕਿਹੜਾ ਹੈ? ਜੋ ਆਤਮਾ ਦਾ ਪ੍ਰਕਾਸ਼ ਹੈ। ਸੋ ਇਹਦੇ ਵਿੱਚ ਹੁਣ ਪਾਣੀ ਕਿਹੜਾ ਹੈ? ਵੀ ਅੰਤःਕਰਣ ਤੇ ਅਗਿਆਨ ਤੇ ਆਤਮਾ, ਇਹ ਤਿੰਨ ਚੀਜ਼ਾਂ ਹਨ। ਸੋ ਸਤੋ ਗੁਣ ਰੂਪੀ ਮਿੱਟੀ ਹੈ, ਅੰਤःਕਰਣ ਉਹ ਮਿੱਟੀ ਦਾ ਮਾਨੋ ਢੇਲਾ ਹੈ, ਉਹਦਾ ਆਕਾਰ ਹੈ। ਅੰਤःਕਰਣ ਜਿਹੜਾ ਆਤਮ ਚੇਤਨ ਹੈ ਇਹ ਆਕਾਸ਼ ਦੇ ਵਾਂਗ ਹੈ। ਫਿਰ ਇਹ ਜਿਹੜਾ ਹੁਣ ਭਾਂਡਾ ਕਿਵੇਂ ਬਣਦਾ ਹੈ ਉਹ ਦੱਸ। ਹਰ ਅਗਿਆਨ ਰੂਪ ਜਲ ਰਾਸ। ਜਿਹੜਾ ਅਗਿਆਨ ਹੈ ਉਹ ਪਾਣੀ ਹੈ। ਅਗਿਆਨ ਦੇ ਪਾਣੀ ਦੇ ਨਾਲ ਫਿਰ ਇਹ ਅੰਤःਕਰਣ ਰੂਪੀ ਜੋ ਭਾਂਡਾ ਹੈ ਉਹ ਤਿਆਰ ਹੋ ਜਾਂਦਾ ਹੈ। ਮਿੱਤਕਾ ਪਿੰਡ ਮਿਲੈ ਜਲ ਸੰਗ। ਉਹ ਜੋ ਫਿਰ ਮਿੱਟੀ ਦਾ ਢੇਲਾ ਬਰੀਕ ਕੀਤਾ ਹੋਇਆ ਜਦੋਂ ਉਹ ਪਾਣੀ ਨਾਲ ਮਿਲੇਗਾ ਤਬ ਘਟ ਰੂਪ ਬਣੈ ਸਰਬੰਗ। ਤਾਂ ਫਿਰ ਉਹ ਘੜੇ ਦਾ ਰੂਪ ਬਣ ਜਾਏਗਾ, ਛੋਟਾ ਵੱਡਾ ਘੜੇ ਦਾ ਰੂਪ ਜਿੱਦਾਂ ਦਾ ਮਰਜ਼ੀ ਬਣਾ ਲਓ। ਅੰਦਰ ਰਹੇ ਗਗਨ ਕੋ ਹੋਏ। ਉਹ ਘੜੇ ਵਿੱਚ ਜਿਹੜੀ ਖਾਲੀ ਥਾਂ ਉਹਨੂੰ ਆਕਾਸ਼ ਗਗਨ ਕਹਿੰਦੇ ਹਨ। ਕਰਮ ਅਨਾਜ ਧਰੇ ਕਬ ਸੋਏ। ਉਹਦੇ ਵਿੱਚ ਜਿਵੇਂ ਅਨਾਜ ਰੱਖ ਸਕਦੇ ਹਾਂ, ਇਸੇ ਤਰ੍ਹਾਂ ਅੰਤःਕਰਣ ਜਿਹੜਾ ਹੈ ਉਹ ਸਾਡੇ ਕਰਮਾਂ ਨੂੰ ਉੱਥੇ ਇਕੱਠਿਆਂ ਕਰਕੇ ਸੰਭਾਲ ਕੇ ਰੱਖਦਾ ਹੈ। ਤੀਨੋਂ ਮਿਲ ਕਰ ਘੜਾ ਸੁਧਾਰੇ। ਜਿਵੇਂ ਤਿੰਨ ਚੀਜ਼ਾਂ ਮਿਲ ਕੇ ਘੜਾ ਤਿਆਰ ਹੁੰਦਾ ਹੈ, ਪਾਣੀ ਤੇ ਜਿਸ ਤੇ ਉਹ ਘੜਾ ਬਣਾਉਂਦੇ ਹਨ ਤੇ ਮਿੱਟੀ ਹੋਵੇ, ਇਸੇ ਤਰ੍ਹਾਂ ਹੀ ਸਮਰੱਥ ਹੋਏ ਪਦਾਰਥ ਧਾਰੇ। ਸੋ ਪਦਾਰਥਾਂ ਨੂੰ ਰੱਖਣ ਦੀ ਤਾਕਤ ਆ ਜਾਂਦੀ। ਅੰਤःਕਰਣ ਅਗਿਆਨ ਤੇ ਚੇਤਨ ਆਤਮ, ਇਹ ਤਿੰਨਾਂ ਦੇ ਇਕੱਠੇ ਹੋਣ ਦੇ ਨਾਲ ਜੋ ਸਾਡੇ ਕਰਮਾਂ ਰੂਪੀ ਬੀਜ ਹੈ, ਅਨਾਜ ਹੈ, ਇਹ ਰੱਖਿਆ ਜਾ ਸਕਦਾ ਹੈ। ਤੀਨੋਂ ਨਿਜ ਨਿਜ ਹਵੈ ਕਰ ਨਿਆਰੇ। ਹੁਣ ਤਿੰਨੇ ਜੇ ਵੱਖਰੇ ਹੋ ਜਾਣ ਸੋ ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ। ਜੇ ਇਕੱਲੀ ਮਿੱਟੀ ਹੋਵੇ
ਤੇ ਮਿੱਟੀ ਤੋਂ ਭਾਵੇਂ ਬਰੀਕ ਵੀ ਕਰ ਲਓ, ਫਿਰ ਪਾਣੀ ਜੇ ਨਹੀਂ ਪਾਓਗੇ ਤਾਂ ਢੇਲਾ ਵੀ ਨਹੀਂ ਬਣੇਗਾ। ਉਹਦਾ ਗੋਲਾ ਗੁੰਨ ਕੇ ਮਿੱਟੀ ਨੂੰ ਤਿਆਰ ਕਰਨਾ, ਪਾਣੀ ਤੋਂ ਬਿਨਾਂ ਗੁੰਨਿਆ ਵੀ ਨਹੀਂ ਜਾਏਗਾ। ਫਿਰ ਘੜਾ ਬਣਾਉਣ ਲੱਗਿਆ ਵੀ ਪਾਣੀ ਨਾਲ ਦੀ ਨਾਲ ਪਾਣੀ ਲਾਉਣਾ ਪੈਂਦਾ ਹੈ। ਸੋ ਇਸੇ ਤਰ੍ਹਾਂ ਹੀ ਜੇ ਤਿੰਨਾਂ ਵਿੱਚੋਂ ਇੱਕ ਨਾ ਹੋਵੇ ਤੇ ਉਹ ਘੜਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਹੀ ਜੇ ਤਿੰਨੇ ਹੀ ਇਹ ਵੱਖਰੇ ਹੋ ਜਾਣ, ਧਾਰਨ ਪਦਾਰਥ ਤਖਤ ਨ ਧਾਰੇ, ਫਿਰ ਇਹ ਪਦਾਰਥ ਨੂੰ ਜਮ੍ਹਾਂ ਕਰਨ ਦੀ ਰੱਖਣ ਦੀ ਤਾਕਤ ਨਹੀਂ ਰੱਖਦੇ। ਕੱਲਾ ਅੰਤःਕਰਨ ਵੀ ਨਹੀਂ ਰੱਖ ਸਕਦਾ, ਅਗਿਆਨ ਵੀ ਨਹੀਂ ਰੱਖ ਸਕਦਾ, ਤੇ ਚੇਤਨ ਆਤਮਾ ਤਾਂ ਹੈ ਹੀ ਨਿਰਲੇਪ। ਉਹਨੇ ਕੀ ਰੱਖਣਾ ਸੀ ਜਮ੍ਹਾਂ ਕਰਕੇ ਆਪਣੇ ਵਿੱਚ। ਇਹ ਤਿੰਨੇ ਜਦੋਂ ਇਕੱਠੇ ਹੁੰਦੇ ਹਨ ਤਾਂ ਹੀ ਇਹ ਸਾਡੇ ਕਰਮਾਂ ਰੂਪੀ ਪਦਾਰਥ ਨੂੰ ਆਪਣੇ ਵਿੱਚ ਰੱਖਦੇ ਹਨ, ਸੂਖਮ ਤਰੀਕੇ ਦੇ ਨਾਲ ਸਟੋਰ ਰੱਖਦੇ ਹਨ। ਇਸ ਪ੍ਰਕਾਰ ਇੱਕ ਆਤਮ ਜੋਏ, ਇਸੇ ਤਰ੍ਹਾਂ ਹੀ ਜੋ ਇੱਕ ਸਾਡਾ ਆਤਮਾ ਹੈ, ਧਰਮ ਧਰੈ ਸਮਰੱਥ ਨ ਹੋਏ। ਇਕੱਲਾ ਆਤਮਾ ਵੀ ਕਰਮਾਂ ਨੂੰ ਧਾਰਨ ਦੇ ਸਮਰੱਥ ਨਹੀਂ ਹੈ, ਉਹਦੇ ਤਾਕਤ ਨਹੀਂ ਹੈ ਕਿ ਕਰਮਾਂ ਨੂੰ ਆਪਦੇ ਵਿੱਚੋਂ ਜਮ੍ਹਾਂ ਕਰ ਸਕੇ। ਕੇਵਲ ਅੰਤఃਕਰਨ ਨ ਧਾਰੇ, ਜੇ ਹੁਣ ਇਕੱਲਾ ਅੰਤঃਕਰਨ ਹੋਵੇ, ਮਨ ਬੁੱਧ ਚਿੱਤ ਅਹੰਕਾਰ ਦੇ ਵਿੱਚ ਆਤਮਾ ਨਾ ਹੋਵੇ, ਫਿਰ ਵੀ ਨਹੀਂ ਹੋ ਸਕਦਾ। ਤਿਮ ਅਗਿਆਨ ਨਾ ਧਰੈ ਨਿਵਾਰੇ, ਇਸੇ ਤਰ੍ਹਾਂ ਅਗਿਆਨ ਜਿਹੜਾ ਹੈ ਇਕੱਲਾ ਹੋਵੇ ਉਹ ਵੀ ਨਹੀਂ ਧਾਰਨ ਕਰ ਸਕਦਾ। ਤੀਨੋਂ ਕੋ ਸੰਜੋਗ ਜਬ ਹੋਏ, ਇਹਨਾਂ ਤਿੰਨਾਂ ਦਾ ਜਦੋਂ ਸੰਜੋਗ ਹੋਵੇਗਾ ਕਰਮ ਧਰਨ ਸਮਰੱਥ ਹੈ ਸੋਏ। ਉਦੋਂ ਫਿਰ ਸਾਡੇ ਚੰਗੇ ਮਾੜੇ ਕਰਮ ਜੋ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਧਾਰਨ ਕਰਨ ਦੀ ਤਾਕਤ ਆ ਜਾਂਦੀ ਹੈ। ਅੰਤఃਕਰਨ ਰੂਪ ਤਰ ਕਸਮ ਹੈ, ਸੋ ਹੁਣ ਪਹਿਲਾ ਪ੍ਰਮਾਣ ਦਿੱਤਾ ਸੀ ਤੀਰਾਂ ਦੇ ਪੱਥੇ ਦਾ। ਜਿਵੇਂ ਪੱਥਾ ਹੈ, ਪੱਥੇ ਦੇ ਵਿੱਚ ਕਈ ਤਰ੍ਹਾਂ ਦੇ ਤੀਰ ਰੱਖੇ ਹੁੰਦੇ ਹਨ। ਇਹ ਅੰਤঃਕਰਨ ਜਿਹੜਾ ਸਾਡਾ ਮਨ ਬੁੱਧ ਚਿੱਤ ਅਹੰਕਾਰ ਅੰਦਰਲੇ ਜੋ ਇੰਦੇ ਹਨ, ਸੋ ਇਸ ਅੰਤঃਕਰਨ ਰੂਪੀ ਪੱਥੇ ਦੇ ਅੰਦਰ ਕਰਮ ਬਾਰ ਪਾਸਾਲਿਕ ਪ੍ਰਤਲ ਹੈ। ਉਹ ਸਾਡੇ ਚੰਗੇ ਮਾੜੇ ਤਰ੍ਹਾਂ ਤਰ੍ਹਾਂ ਦੇ ਕਰਮਾਂ ਰੂਪੀ ਜੋ ਤੀਰ ਹਨ ਉਹ ਅੰਤঃਕਰਨ ਰੂਪੀ ਪੱਥੇ ਦੇ ਵਿੱਚ ਰੱਖੇ ਹੋਏ ਹਨ। ਉਹ ਅੰਤঃਕਰਨ ਕਰਮ ਧਾਰਨ ਉਹਨੇ ਕਿਵੇਂ ਕੀਤੀ ਉਹ ਆਪਾਂ ਸੁਣ ਲਿਆ ਹੈ। ਉਹ ਰੱਖੇ ਹੋਏ ਹਨ। ਉਤਰ ਕਰਤੇ ਤੀਰ ਨਿਕਾਰ, ਹੁਣ ਪੱਥੇ ਵਿੱਚੋਂ ਇੱਕ ਤੀਰ ਕੱਢਿਆ ਗਿਆ। ਜੋ ਪੱਥੇ ਚੋਂ ਤੀਰ ਕੱਢ ਲਿਆ ਐ ਧਨੁਕ ਛੁੱਟ ਚਲੇ ਅਗਾਰ, ਉਹ ਫਿਰ ਧਨੁਖ ਦੇ ਚਿੱਲੇ ਤੇ ਚੜਾ ਕੇ ਤੇ ਉਹ ਖਿੱਚ ਕੇ ਉਹ ਤੀਰ ਚਲਾ ਦਿੱਤਾ, ਅੱਗੇ ਚੱਲਿਆ। ਆਪਣੋ ਵੇਗਤ ਸਭ ਹੀ ਕਰਕੇ, ਉਹ ਫਿਰ ਤੀਰ ਜਿੰਨੇ ਜ਼ੋਰ ਨਾਲ ਛੱਡਿਆ ਜਾਏਗਾ, ਜਿੰਨਾ ਜ਼ੋਰ ਹੋਏਗਾ ਚਲਾਉਣ ਵਾਲੇ ਦੇ ਵਿੱਚ, ਉਨੀ ਉਹ ਦੂਰ ਜਾਏਗਾ। ਹੁਣ ਸਤਿਗੁਰੂ ਜੀ ਦੇ ਜਿਹੜੇ ਤੀਰ ਸਨ ਕਈ ਮੀਲਾਂ ਤੱਕ ਚਲੇ ਜਾਂਦੇ ਸਨ। ਆਮ ਜਿਹੜੇ ਤੀਰ ਹਨ ਕਈਆਂ ਦੇ 10 ਕਦਮ ਵੀ ਨਹੀਂ ਜਾਂਦੇ। ਵੀ ਧਨੁਖ ਵੀ ਮਜ਼ਬੂਤ ਹੁੰਦਾ ਸੀ, ਚਲਾਉਣ ਵਾਲਾ ਵੀ। ਇਸੇ ਤਰ੍ਹਾਂ ਸਾਡੇ ਜਿਹੋ ਜਿਹੇ ਕਰਮ ਹਨ, ਕਿੰਨੇ ਕੁ ਮਾੜੇ ਕਰਮ ਤਗੜੇ ਹਨ, ਕਿੰਨੇ ਕੁ ਚੰਗੇ ਕਰਮ ਤਗੜੇ ਹਨ। ਫਿਰ ਇਹ ਸਾਡੀ ਪ੍ਰਾਰਬਧ ਵਿੱਚ ਆ ਜਾਂਦਾ ਹੈ। ਜਾਂ ਕਰੋ ਇੱਕ ਤੀਰ ਕੱਢਿਆ ਮਤਲਬ ਹੈ ਵੀ ਇੱਕ ਜਨਮ ਦਾ ਕਰਮ ਹੋ ਗਿਆ। ਇੱਕ ਜਨਮ ਦੇ ਵਿੱਚ ਤੁਹਾਡੇ ਇੰਨੇ ਕਰਮ ਤੁਸੀਂ ਇਹ ਭੋਗਨੇ ਹਨ। ਉਹ ਕਰਮਾਂ ਰੂਪੀ ਤੀਰ ਜਿਹੜਾ ਹੈ ਚੱਲ ਗਿਆ, ਪ੍ਰਾਰਬਧ ਕਰਮ ਰੂਪੀ। ਤੇ ਜਦੋਂ ਅਸੀਂ ਉਹ ਕਰਮ ਭੋਗ ਲਏ ਫਿਰ ਉਹਦਾ ਫਲ ਖਤਮ ਹੋ ਜਾਂਦਾ ਹੈ। ਪਰ ਉਹ ਜੇ ਤੀਰ ਹੁਣ ਪਤਾ ਨਹੀਂ ਕਿੰਨੇ ਕੁ ਹਨ ਪੱਥੇ ਦੇ ਵਿੱਚ ਤੇ ਕਿੰਨੇ ਕੁ ਜਨਮ ਹਨ। ਇੱਕ ਜਨਮ ਦਾ ਇੱਕ ਤੀਰ ਮੰਨ ਲਓ। ਇਸ ਤਰੀਕੇ ਦੇ ਨਾਲ ਸਮਝਣ ਦੇ ਵਾਸਤੇ ਆਪਣੋ ਵੇਗਤ ਸਭ ਹੀ ਕਰਕੇ, ਉਹ ਫਿਰ ਆਪਣਾ ਪੂਰਾ ਜੋ ਜ਼ੋਰ ਹੈ ਤੀਰ ਦੀ ਜਿੰਨੀ ਤਾਕਤ ਨਾਲ ਛੱਡਿਆ ਹੈ ਉਹ ਜ਼ੋਰ ਕਰਕੇ ਨਿਸਫਲ ਹੋਤ ਰਹਿ ਘਰ ਕਰਕੇ, ਉਹ ਫਿਰ ਧਰਤੀ ਤੇ ਨਿਸਫਲ ਹੋ ਕੇ ਡਿੱਗ ਪਵੇਗਾ। ਪ੍ਰਾਰਬਧ ਹੈ ਜਾਂ ਕੋ ਨਾਮ, ਇਸੇ ਦਾ ਨਾਮ ਪ੍ਰਾਰਬਧ ਕਰਮ ਹੈ। ਬੇਫਲ ਸਭ ਕੋ ਹੋਏ ਵਿਰਾਮ, ਇਹ ਫਿਰ ਫਲ ਦੇ ਕੇ ਸ਼ਾਂਤ ਹੋ ਜਾਂਦਾ ਹੈ।
ਜਿਹੜੇ ਕਰਮਾਂ ਦਾ ਫਲ ਭੋਗ ਲਿਆ ਦੁਬਾਰੇ ਉਹਦਾ ਫਲ ਨਹੀਂ ਭੋਗਣਾ ਪੈਂਦਾ। ਸਿਰ ਦਰ ਕਸਮ ਜੇਤਕ ਬਾਨ। ਹੁਣ ਤੀਰਾਂ ਪੱਥੇ ਵਿੱਚ ਕਿੰਨੇ ਕੁ ਤੀਰ ਹਨ, ਜਿੰਨੇ ਤੀਰ ਰੱਖੇ ਹੋਏ ਹਨ ਤੇਰੇ ਕੋ ਸੰਚਕ ਨਾਮ ਬਖਾਨ। ਉਹਨਾਂ ਨੂੰ ਸੰਚਿਤ ਕਿਹਾ ਜਾਂਦਾ, ਜਮ੍ਹਾਂ ਕੀਤੇ ਹੋਏ ਸਟੋਰ ਜਿਹੜੇ ਸਾਡੇ ਕਰਮ ਹਨ। ਧਰਮ ਜਿਹ ਸੋ ਜੋਰਿਓ ਜੋਏ। ਜਦੋਂ ਧਰਮ ਦੇ ਚਿੱਲੇ ਦੇ ਨਾਲ ਜਿਹੜਾ ਤੀਰ ਜੋੜਿਆ ਗਿਆ, ਨਾਮ ਸੋ ਕਿਰੇ ਮਾਨ ਤਿਸ ਹੋਏ। ਹੁਣ ਪ੍ਰਾਰਬਧ ਕਰਮ ਤਾਂ ਤੀਰ ਚੱਲ ਗਿਆ, ਕਿਰੇ ਮਾਨ ਇਹ ਹੈ ਵੀ ਤੀਰ ਚਲਾਇਆ ਨਹੀਂ ਅਜੇ, ਪਰ ਧਨੁਖ ਦੇ ਚਿੱਲੇ ਵਿੱਚ ਤੀਰ ਜੋੜ ਲਿਆ, ਛੱਡਿਆ ਨਹੀਂ ਅਜੇ। ਉਹ ਜਿਹੜਾ ਤੀਰ ਦਾ ਜੋੜਨਾ ਹੈ, ਰੱਖਣਾ ਹੈ ਚਿੱਲੇ ਵਿੱਚ, ਇਹ ਕਿਰੇ ਮਾਨ ਜੋ ਅਸੀਂ ਕਰਮ ਰੋਜ਼ ਕਰਦੇ ਹਾਂ, ਚੰਗੇ ਜਾਂ ਮਾੜੇ ਜੋ ਵੀ ਅਸੀਂ ਰੋਜ਼ ਕਰਮ ਕਰਦੇ ਹਾਂ। ਕਲਯੁਗ ਦੇ ਅੰਦਰ ਇੱਕ ਵਿਸ਼ੇਸ਼ਤਾ ਇਹ ਵੀ ਹੈ ਵੀ ਜਿੰਨਾ ਚਿਰ ਅਸੀਂ ਸਰੀਰ ਦੇ ਨਾਲ ਕੋਈ ਕਰਮ ਨਾ ਕਰੀਏ ਉਹਨਾਂ ਚਿਰ ਸਾਨੂੰ ਉਹਦਾ ਫਲ ਨਹੀਂ ਭੁਗਤਣਾ ਪੈਂਦਾ। ਤੇ ਪਿਛਲੇ ਯੁਗਾਂ ਵਿੱਚ ਤਾਂ ਅਸੀਂ ਇੱਦਾਂ ਵੀ ਜੇ ਸੋਚ ਵੀ ਲਿਆ ਕਿਸੇ ਦਾ ਬੁਰਾ ਤੇ ਉਹ ਤੁਹਾਡਾ ਬੁਰਾ ਕਰਮ ਬਣ ਗਿਆ ਸੋਚਣ ਨਾਲ ਵੀ, ਪਰ ਬੁਰਾ ਅਸਰ ਤਾਂ ਉਹਦਾ ਮਨ 'ਤੇ ਪੈਂਦਾ ਹੀ ਹੈ। ਹੁਣ ਆਪਾਂ ਸਾਫ ਸੁਥਰੇ ਨਹਾ ਧੋ ਕੇ ਨਿਕਲੀਏ, ਕਿਤੇ ਗੰਦੀ ਥਾਂ ਹੋਵੇ, ਉੱਥੋਂ ਦੀ ਬਦਬੂ ਜਿਹੜੀ ਹੈ ਉਹ ਸਾਡੇ ਦਾ ਅਸਰ ਤਾਂ ਕਰੇਗੀ। ਜੇ ਅਸੀਂ ਕਿਸੇ ਦਾ ਮਾੜਾ ਸੋਚਾਂਗੇ, ਮਾੜਾ ਕਰਨਾ ਸੋਚਾਂਗੇ, ਮਾੜਾ ਕੰਮ ਸੋਚਾਂਗੇ, ਕਰਨ ਵਾਸਤੇ ਸੋਚਾਂਗੇ, ਉਹਦਾ ਅਸਰ ਤਾਂ ਪਏਗਾ ਹੀ ਜ਼ਰੂਰ, ਪ੍ਰਭਾਵ ਤਾਂ ਪਏਗਾ। ਸੋ ਰੋਹ ਵਿਚਾਰ ਇਉਂ ਸਮਝਾਉਣ ਵਾਸਤੇ ਦੱਸ ਰਹੇ, ਜਿਹੜਾ ਤੀਰ ਜੋੜਿਆ ਹੋਇਆ ਹੈ ਚਿੱਲੇ ਵਿੱਚ, ਛੱਡਿਆ ਨਹੀਂ ਅਜੇ, ਧਨੁਖ ਤੇ ਚਿੱਲੇ ਜੋੜਿਆ ਹੋਇਆ ਹੈ, ਉਹ ਕਿਰੇ ਮਾਨ ਕਰਮ ਜੋ ਅਸੀਂ ਕਰ ਰਹੇ ਹਾਂ। ਪਰ ਜਿਹੜੇ ਕਰਮਾਂ ਨੇ ਸਾਨੂੰ ਇਹ ਸਰੀਰ ਦਿੱਤਾ ਹੈ, ਇਹ ਧੀਰਜਵਾਨ ਗੁਰਸਿੱਖੋ ਉਸ ਕਰਮ ਨੂੰ ਪ੍ਰਾਰਬਧ ਕਰਮ ਜਾਣੋ। ਇਹ ਅਨੇਕਾਂ ਜਨਮਾਂ ਦੇ ਸਾਡੇ ਕਰਮ ਇਕੱਠੇ ਕੀਤੇ ਹੋਏ ਹਨ। ਉਹ ਸੰਚਿਤ ਕਰਮ ਹਨ, ਪਰ ਉਹ ਕਰਮ ਕਈ ਤਰ੍ਹਾਂ ਦੇ ਹਨ, ਇੱਕ ਤਰ੍ਹਾਂ ਦੇ ਨਹੀਂ ਹਨ, ਕਈ ਤਰ੍ਹਾਂ ਦੇ ਕਰਮ, ਤੇ ਕਈ ਤਰ੍ਹਾਂ ਦਾ ਉਹਨਾਂ ਦਾ ਫਲ ਵੀ ਹੈ। ਜਿਹੋ ਜਿਹਾ ਕਰਮ ਉਹੋ ਜਿਹਾ ਉਹਦਾ ਫਲ। ਕਈ ਤਰ੍ਹਾਂ ਦੇ ਕਰਮ ਤੇ ਕਈ ਤਰ੍ਹਾਂ ਦੇ ਉਹਨਾਂ ਦੇ ਫਲ ਹਨ ਜੋ ਸੰਚਿਤ ਜਮ੍ਹਾਂ ਹਨ, ਸਟੋਰ ਹਨ। ਹੁਣ ਜਿਹੜਾ ਵੀ ਕੰਮ ਅਸੀਂ ਹੰਕਾਰ ਦੇ ਨਾਲ ਕਰਦੇ ਹਾਂ ਵੀ ਮੈਂ ਆ ਕਰ ਦਿਆਂਗਾ, ਮੈਂ ਉਹ ਕਰਾਂਗਾ, ਇਹ ਜਿਹੜਾ ਹੰਕਾਰ ਨਾਲ ਕੀਤਾ ਹੋਇਆ ਕਰਮ ਇਹ ਬੜਾ ਮਜ਼ਬੂਤ ਬਣ ਜਾਂਦਾ, ਇਹਦਾ ਫਲ ਭੋਗਣਾ ਪੈਂਦਾ ਹੈ। ਜੇ ਹੁਣ ਸਾਨੂੰ ਚੰਗੇ ਗੁਣਾਂ ਦਾ ਹੰਕਾਰ ਹੋਵੇ ਤੇ ਇਹ ਵੀ ਮਾੜੀ ਗੱਲ ਹੈ। ਫਿਰ ਜੇ ਅਸੀਂ ਨਿਤਨੇਮ ਕਰੀਏ, ਬਾਣੀ ਪੜ੍ਹੀਏ, ਸੇਵਾ, ਵੀ ਮੇਰੇ ਵਰਗਾ ਤਾਂ ਹੈ ਹੀ ਨਹੀਂ ਕੋਈ। ਹੁਣ ਇਹ ਤਾਂ ਸਾਰੇ ਐਵੇਂ ਤੁਰੇ ਫਿਰਦੇ ਹਨ, ਇਹਨਾਂ ਨੂੰ ਕੀ ਪਤਾ ਜਿਹੜਾ ਗਿਆਨ ਮੈਨੂੰ ਹੋਇਆ ਤਾਂ ਕਿਸੇ ਨੂੰ ਹੋ ਹੀ ਨਹੀਂ ਸਕਦਾ। ਇਹ ਹੰਕਾਰ ਦੇ ਅੰਦਰ ਆ ਗਿਆ, ਇਹ ਵੀ ਕਰਮ ਬਣ ਜਾਏਗਾ, ਇਹਦਾ ਫਲ ਵੀ ਅੱਗੇ ਜਨਮ ਭੋਗਣਾ ਪਵੇਗਾ। ਭਾਵੇਂ ਚੰਗਾ ਕਰਮ ਹੈ ਪਰ ਇਹਦਾ ਹੰਕਾਰ ਕਰ ਲਿਆ। ਹੰਕਾਰ ਦੇ ਨਾਲ ਤੁਸੀਂ ਜੋ ਵੀ ਕੰਮ ਕਰੋਗੇ ਉਹ ਤੁਹਾਡਾ ਕਰਮ ਬਣ ਜਾਏਗਾ। ਭਾਵੇਂ ਉਹਦਾ ਫਲ ਤੁਹਾਨੂੰ ਅੱਗੇ ਚੰਗਾ ਮਿਲੇ, ਦੀ ਸੰਗਤ ਮਿਲ ਜਾਏ, ਮਨੁੱਖਾ ਜਨਮ ਮਿਲ ਜਾਏ ਚੰਗੇ ਕਰਮਾਂ ਕਰਕੇ, ਫਿਰ ਗੁਰਸਿੱਖਾਂ ਦੇ ਘਰ ਮਿਲ ਜਾਏ, ਫਿਰ ਸਭ ਤੋਂ ਵੱਡੀ ਬਖਸ਼ਿਸ਼ ਅੰਮ੍ਰਿਤ ਦੀ ਦਾਤ ਮਿਲ ਜਾਵੇ। ਇਸ ਤੋਂ ਵੱਡੀ ਬਖਸ਼ਿਸ਼ ਹੋਰ ਨਹੀਂ ਹੈ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਵੀ ਸਿਮਰਨ ਵਿੱਚ ਜੁੜ ਜਾਵੇ, ਸੰਗਤ ਕਰੇ, ਗੁਰੂ ਦੇ ਦੱਸੇ ਮਾਰਗ 'ਤੇ ਚੱਲੇ, ਫਿਰ ਐਸੇ ਜਨਮ ਵਿੱਚ ਉਧਾਰ ਹੋ ਜਾਵੇ। ਸੋ ਜਿਹੜੇ ਕਰਮ ਵਿੱਚ ਤੁਹਾਡੇ ਅੰਦਰ ਹਉਮੈ ਆ ਗਈ ਨਾ, ਉਹਦਾ ਫਲ ਤੁਹਾਨੂੰ ਭੋਗਣਾ ਪਵੇਗਾ, ਭਾਵੇਂ ਉਹ ਚੰਗਾ ਹੀ ਕਰਮ ਕਿਉਂ ਨਾ ਹੋਵੇ। ਕਿਉਂ ਦੱਸ ਰਹੇ ਹਨ, ਸੋ ਕਹਿਣ ਲੱਗੇ ਹੈ ਸੁਜਾਨ ਸਿਆਣੇ ਗੁਰਸਿੱਖੋ, ਇਹ ਗੱਲ ਤੁਸੀਂ ਸਮਝ ਲਓ ਚੰਗੀ ਤਰ੍ਹਾਂ
ਵੀ ਜੋ ਵੀ ਅਸੀਂ ਹੰਕਾਰ ਦੇ ਨਾਲ ਮੈਂ ਪੁਣੇ ਦੇ ਨਾਲ ਕਰਦੇ ਹਾਂ ਉਹ ਕਿਰੇਮਾਨ ਕਰਮ ਬਣ ਜਾਂਦਾ ਹੈ। ਇਉਂ ਅੱਗੇ ਹਾਂਜੀ ਪੌੜੀ ਪੂਰੀ ਕਰ। ਕਿਰੇਮਾਨ ਜੋ ਕਹੇ ਬਣਾਏ। ਇਸ ਤਰ੍ਹਾਂ ਤੁਹਾਨੂੰ ਕਿਰੇਮਾਨ ਕਰਮ ਅਸੀਂ ਸਵਾਰ ਕੇ ਦੱਸਿਆ ਹੈ ਵੀ ਤੁਹਾਡੀ ਸਮਝ ਵਿੱਚ ਆ ਜਾਵੇ। ਸੰਗਿਆ ਇਸ ਕੀ ਹੋਏ ਜਾਏ। ਇਹ ਫਿਰ ਤਿੰਨ ਤਰ੍ਹਾਂ ਦਾ ਹੋ ਜਾਂਦਾ ਹੈ। ਫਿਰ ਦੁਬਾਰੇ ਉਸ ਗੱਲ ਨੂੰ ਅੱਗੇ ਹੋਰ ਸੌਖਾ ਕਰਕੇ ਸਮਝਾਉਣਗੇ, ਉਹ ਆਪਾਂ ਕੱਲ ਦੇ ਪ੍ਰਕਰਣ ਵਿੱਚ ਸਰਵਣ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨ, ਕਿਉਂਕਿ ਇਹ ਨਿਖੇਧ ਪੱਖ ਹੈ ਵੀ ਕਰਮਾਂ ਦਾ ਮਾੜਾ ਫਲ ਕਿਵੇਂ ਕਿਵੇਂ ਮਿਲਦਾ ਹੈ। ਤੇ ਆਪਾਂ ਫਿਰ ਗੁਰਮਤਿ ਅਨੁਸਾਰ ਵਿਧੀ ਪੱਖ ਦੀ ਵੀ ਗੱਲ ਕਰਨੀ ਸੀ ਵੀ ਗੁਰੂ ਦੀ ਇਹ ਤਾਕਤ ਹੈ। ਗੁਰੂ ਦੀ ਸੰਗਤ ਵਿੱਚ ਆਉਣ ਨਾਲ ਕਿੰਨੇ ਵੀ ਮਾੜੇ ਕਰਮ ਹੋਣ, ਜੇ ਰੋਜ਼ ਸੰਗਤ ਵਿੱਚ ਆਈ ਜਾਓ ਤਾਂ ਇੰਨੇ ਕਮਜ਼ੋਰ ਪੈ ਜਾਂਦੇ ਹਨ ਵੀ ਸੂਲੀ ਤੋਂ ਸੂਲ ਹੋ ਕੇ ਖਤਮ ਹੋ ਜਾਂਦੇ ਹਨ। ਜੇ ਗੁਰੂ ਦੀ ਜੇ ਕਿਰਪਾ ਹੋ ਜਾਏ ਤੇ ਕਰੋੜਾਂ ਹੀ ਕਰਮ, ਜੋ ਤੀਰਾਂ ਦਾ ਪੱਥਾ ਭਰਿਆ ਹੋਇਆ ਹੈ ਪੂਰਾ ਸਮਝ ਲਓ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਜੋ ਗੁਰ ਸ਼ਬਦ ਦੀ ਵਾਹਿਗੁਰੂ ਗੁਰਮੰਤਰ ਦੀ ਕਮਾਈ ਹੈ, ਅਭਿਆਸ ਹੈ, ਇਹ ਸਾਡੇ ਕਰੋੜਾਂ ਹੀ ਕਰਮ ਕੱਢ ਦਿੰਦਾ ਹੈ। ਇਹ ਵਿਧੀ ਪੱਖ ਹੈ। ਸੰਗਤ ਵਿੱਚ ਆਉਣ ਨਾਲ ਕਰਮ ਬਦਲ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ, ਨਾਮ ਦੇ ਅਭਿਆਸ ਦੇ ਨਾਲ ਕਰੋੜਾਂ ਕਰਮ ਕੱਟੇ ਜਾਂਦੇ ਹਨ। ਤੇ ਗੁਰੂ ਕਈ ਵਾਰ ਕਰੋੜਾਂ ਹੀ ਕਰਮ ਜਿਹੜੇ ਸੁਪਨੇ ਵਿੱਚ ਹੀ ਉਹ ਭੁਗਤਾ ਦਿੰਦਾ ਹੈ। ਇਹ ਵਿਧੀ ਪੱਖ ਦੀ ਵਿਚਾਰ ਸੀ ਨਾਲ ਕਰਨ ਵਾਲੀ, ਇਹ ਵੀ ਜ਼ਰੂਰੀ ਸੀ। ਇਸ ਵਾਸਤੇ ਅੱਜ ਵੀ ਇਹ ਅਧਿਆਇ ਪੂਰਾ ਨਹੀਂ ਹੋ ਸਕਿਆ। ਸਤਿਗੁਰੂ ਰਹਿਮਤ ਕਰਨ, ਇਹ ਸੂਖਮ ਵਿਚਾਰ ਸਾਡੇ ਹਿਰਦੇ ਅੰਦਰ ਵਸੇ, ਆਪਾਂ ਹਿਰਦੇ 'ਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪਹਿ